ਸਿਸਿਲ ਜੀ ਨੇ ਮੈਨੂੰ ਇੱਕ ਦੋ ਵਾਰ ਕਿਹਾ ਸੀਗਾ ਵੀ ਆਪਾਂ ਆਨਲਾਈਨ ਸਰਵਿਸ ਤੇ ਲੈਣਾ ਹੈ ਤੁਹਾਨੂੰ, ਤੇ ਪਾਸਟਰ ਜੌਨੀ ਨੇ ਫਰਵਰੀ ਦੇ ਵਿੱਚ ਔਰ ਮਾਰਚ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ, ਮੈਨੂੰ ਸੈਟਅਪ ਵੀ ਕੀਤਾ। ਤੁਹਾਨੂੰ ਯਾਦ ਵੀ ਹੋਵੇਗਾ ਸ਼ਾਇਦ ਸਾਰਿਆਂ ਨੂੰ, ਮੈਂ ਉਸ ਲਈ ਮਾਫੀ ਮੰਗਦਾ ਹਾਂ ਕਿ ਮੈਂ ਤੁਹਾਡੇ ਨਾਲ ਜੁੜ ਨਹੀਂ ਸਕਿਆ ਇੰਡੀਆ ਤੋਂ, ਕਿਉਂਕਿ ਫਰਵਰੀ ਦੇ ਵਿੱਚ ਸਾਡਾ ਵੀ, ਮੇਰਾ ਔਰ ਮੇਰੀ ਮਿਸਿਸ ਦਾ ਟੈਸਟ ਵੀ ਪੋਜ਼ਿਟਿਵ ਆ ਗਿਆ ਸੀ, ਕਰੋਨਾ ਪੋਜ਼ਿਟਿਵ ਆ ਗਿਆ ਸੀ। ਔਰ ਉਹਨਾਂ ਦਿਨਾਂ 'ਚ ਮੇਰੇ ਮਾਤਾ ਜੀ ਕਿਉਂਕਿ ਪਿੰਡ ਦੇ ਸਰਪੰਚ ਆ, ਐਂਡ ਉਸ ਪੰਚਾਇਤ ਦੇ ਵਿੱਚ 3 ਬਿਲੀਵਰਸ ਆ, 3 ਯੀਸ਼ੂ ਮਸੀਹ ਨੂੰ ਮੰਨਣ ਵਾਲੇ ਲੋਕ ਆ ਉਸ ਪਿੰਡ ਦੀ ਪੰਚਾਇਤ ਦੇ ਵਿੱਚ, ਤੇ ਅਸੀਂ ਬੜੀ ਇਮਾਨਦਾਰੀ ਔਰ ਵਫਾਦਾਰੀ ਦੇ ਨਾਲ ਉਸ ਪਿੰਡ ਦੇ ਲਈ ਕੰਮ ਕਰ ਰਹੇ ਸੀ। ਵੀ ਡਿਡਨਟ ਰੈਸਟ। ਕੋਵਿਡ ਦੇ ਵਿੱਚ ਸਾਡੀ ਰੈਸਟ ਨਹੀਂ ਹੋਈ, ਅਸੀਂ ਲੋਕਾਂ ਨਾਲ ਸਾਡਾ ਬਹੁਤ ਜ਼ਿਆਦਾ ਸੰਪਰਕ ਹੋਇਆ, ਤੇ ਉਹਦਾ ਕਰਕੇ ਸਾਨੂੰ ਵੀ ਇਫੈਕਟ ਹੋਇਆ ਆ। ਇਦਾਂ ਨਹੀਂ ਅਸੀਂ ਕਹਿੰਦੇ, ਸਾਨੂੰ ਵੀ ਯੈਸ ਵੀ ਹੈਡ ਕੋਵਿਡ ਪੋਜ਼ਿਟਿਵ ਐਜ਼ ਵੈਲ। ਥੋੜੀ ਕਮਜ਼ੋਰੀ ਆਈ ਸਰੀਰ ਦੇ ਵਿੱਚ, ਜਿਸ ਕਾਰਨ ਤੁਹਾਡੇ ਨਾਲ ਜੁੜ ਨਹੀਂ ਸਕੇ, ਤੇ ਉਹਦੇ ਲਈ ਅੱਜ ਹੀ ਪ੍ਰਭੂ ਦਾ ਇਹ ਸਮਾਂ ਸੀਗਾ, ਰਾਈਟ ਸਮਾਂ। ਡੂ ਯੂ ਬਿਲੀਵ ਇਟ? ਯੇ ਪ੍ਰਭੂ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਐਂਡ ਟੁਡੇ ਇਜ਼ ਦ ਡੇ which is anointed and appointed for me to be blessed through my brothers and sisters whom I got this opportunity to preach the word of God, ਜਿਨ੍ਹਾਂ ਨਾਲ ਤੁਹਾਡੇ ਨਾਲ ਇਹ ਵਚਨ ਸਾਂਝਾ ਕਰਨ ਦਾ ਮੌਕਾ ਮਿਲਿਆ, ਪਾਸਟਰ ਸਿਸਿਲ ਦੇ ਜ਼ਰੀਏ, ਪਾਸਟਰ ਜੌਨੀ ਦੇ ਜ਼ਰੀਏ। ਔਰ ਭਰਾ ਅਮਨ ਨੇ ਕੱਲ ਮੈਨੂੰ 2-3 ਵਾਰੀ ਫੋਨ ਕੀਤਾ, ਅਸੀਂ ਸਕਾਈਪ ਸੈਟਅਪ ਕੀਤਾ ਐਂਡ ਆਲ ਦੈਟ। ਤੇ ਮੈਂ ਇੱਕ ਛੋਟੀ ਜਿਹੀ ਗਵਾਹੀ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਜਿਸ ਤਰ੍ਹਾਂ ਤੁਸੀਂ ਅੱਜ ਸ਼ਾਮਲ ਹੋ ਗ੍ਰੀਸ ਦੇ, ਸਾਈਪਰਸ ਦੇ ਵਿੱਚ, ਔਰ ਤੁਸੀਂ ਪ੍ਰਭੂ ਦੀ ਕਲੀਸਿਆ ਹੋ, ਔਰ ਮੈਨੂੰ ਯਾਦ ਹੁੰਦਾ ਕਿ ਰਸੂਲਾਂ ਦੇ ਕਰਤੱਵ ਦੇ ਵਿੱਚ ਛੋਟੇ ਛੋਟੇ ਘਰਾਂ ਦੇ ਵਿੱਚ ਪਰਮੇਸ਼ਵਰ ਦੇ ਚੇਲੇ ਬਹਿੰਦੇ ਸੀਗੇ ਔਰ ਪ੍ਰਾਰਥਨਾ ਕਰਦੇ ਸੀ। ਅੱਜ ਮੈਨੂੰ ਉਦਾਂ ਹੀ ਨਜ਼ਰ ਆ ਰਿਹਾ ਕੁਝ, ਜੋ ਤੁਹਾਡੀ ਗਵਾਹੀ ਆ, ਜੋ ਤੁਹਾਡੀ ਸਟੋਰੀ ਆ, ਜਿਸ ਤਰ੍ਹਾਂ ਪਰਮੇਸ਼ਵਰ ਨੇ ਸਾਈਪਰਸ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਜੀਵਨਾਂ ਦੇ ਵਿੱਚ ਕੰਮ ਸ਼ੁਰੂ ਕੀਤਾ। ਅਸਲ ਦੇ ਵਿੱਚ ਪਰਮੇਸ਼ਵਰ ਦਾ ਪ੍ਰਚਾਰ ਹੀ ਸ਼ੁਰੂ ਇਸੇ ਤਰ੍ਹਾਂ ਹੋਇਆ ਸੀ। ਪ੍ਰਭੂ ਯੀਸ਼ੂ ਮਸੀਹ ਦੀ ਮੌਤ ਤੋਂ ਬਾਅਦ, ਜਾਂ ਪ੍ਰਭੂ ਯੀਸ਼ੂ ਮਸੀਹ ਜਦੋਂ ਜ਼ਿੰਦਾ ਸੀ ਇਸ ਜ਼ਮੀਨ ਤੇ, ਪ੍ਰਚਾਰ ਕਰਦੇ ਸੀ, ਘਰਾਂ ਦੇ ਵਿੱਚ ਜਾਂਦੇ ਸੀ, ਜਾਂ ਚੇਲੇ ਜਦੋਂ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਸੀ, ਉਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਤੁਸੀਂ ਸ਼ਾਮਲ ਹੋ ਜਾਂ ਤੁਸੀਂ ਪ੍ਰਾਰਥਨਾ ਕਰਦੇ ਹੋ ਇਕੱਠੇ ਹੋ ਕੇ ਛੋਟੀ ਕਲੀਸਿਆ ਤੋਂ, ਇਸੇ ਤਰ੍ਹਾਂ ਹੀ ਰਸੂਲਾਂ ਦੇ ਕਰਤੱਵ ਦੇ ਵਿੱਚ ਸ਼ੁਰੂ ਹੋਇਆ ਸੀ। ਔਰ ਇਸੇ ਤਰ੍ਹਾਂ ਹੀ ਪਰਮੇਸ਼ਵਰ ਨੇ ਅੱਜ ਤੋਂ 20 ਸਾਲ ਪਹਿਲਾਂ 2000 ਦੇ ਵਿੱਚ ਮੈਨੂੰ ਔਰ ਕੈਥੀ ਨੂੰ ਆਪਣੇ ਕੰਮਾਂ ਲਈ ਚੁਣਿਆ, ਖੜਿਆ ਕੀਤਾ। ਅਸਲ ਦੇ ਵਿੱਚ 1995 ਦੇ ਵਿੱਚ ਹੀ ਕੰਮ ਸ਼ੁਰੂ ਹੋਇਆ ਸੀ। ਆਈ ਕੇਮ ਟੂ ਯੂਕੇ, ਮੈਂ ਇੰਗਲੈਂਡ ਦੇ ਵਿੱਚ ਆਇਆ 1995 ਦੇ ਵਿੱਚ, ਤੇ ਮੇਰਾ ਵਿਆਹ ਹੋਇਆ ਕੈਥਰੀਨ ਦੇ ਨਾਲ। ਇੱਥੇ ਅਸੀਂ ਆਕਸਫੋਰਡ ਦੇ ਵਿੱਚ, ਇੱਥੇ ਮੈਂ ਆਇਆ, ਔਰ ਜਿਸ ਦਿਨ ਸਾਡਾ ਵਿਆਹ ਸੀਗਾ ਉਹ ਇੱਕ ਬਹੁਤ ਵੱਡਾ ਹਾਲ ਸੀਗਾ, ਸਪੋਰਟਸ ਹਾਲ ਸੀਗਾ। ਔਰ 9 ਦਸੰਬਰ 1995 ਨੂੰ ਜਦ ਸਾਡੀ ਸ਼ਾਦੀ ਹੋ ਰਹੀ, ਔਰ ਮੈਂ ਤੇ ਕੈਥੀ ਅਸੀਂ ਬੈਠੇ ਆ ਸਟੇਜ ਦੇ ਉੱਤੇ, ਔਰ ਸਾਡੇ ਹਾਰ ਹੂਰ ਪਾ ਦਿੱਤੇ, ਜਿੱਦਾਂ ਆਪਣੀ ਟ੍ਰੈਡੀਸ਼ਨਲ ਵੈਡਿੰਗ ਹੁੰਦੀ ਆ, ਸਾਡੇ ਹਾਰ ਹੂਰ ਪਾ ਕੇ ਸਾਨੂੰ ਬਿਠਾ ਦਿੱਤਾ, ਮੈਨੂੰ ਤੇ ਮੇਰੀ ਵਾਈਫ ਨੂੰ। ਤੇ ਮੈਂ ਕੈਥੀ ਨੂੰ ਕਹਿ ਰਿਹਾ, ਮੈਂ ਕੈਥੀ ਇਹ ਸਪੋਰਟਸ ਹਾਲ ਬਹੁਤ ਵਧੀਆ ਆ, ਔਰ ਪਰਮੇਸ਼ਵਰ ਮੈਨੂੰ ਕਹਿ ਰਿਹਾ ਕਿ ਇੱਥੇ ਇੱਕ ਦਿਨ ਆਪਾਂ ਕੰਮ ਕਰਾਂਗੇ, ਔਰ ਜਵਾਨਾਂ ਦੇ ਨਾਲ ਇੱਥੇ ਟੂਰਨਾਮੈਂਟ ਹੋਣਗੇ ਬਾਸਕਟਬਾਲ ਦੇ, ਕਿਉਂਕਿ ਮੈਂ ਖੁਦ ਬਾਸਕਟਬਾਲ ਪਲੇਅਰ ਸੀਗਾ ਕਾਲਜ ਦੇ ਵਿੱਚ ਔਰ ਸਕੂਲ ਦੇ ਵਿੱਚ, ਤੇ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਵੀ ਮੈਂ ਜਾ ਕੇ ਬਾਸਕਟਬਾਲ ਖੇਡਾਂ ਇੰਗਲੈਂਡ ਦੇ ਵਿੱਚ। ਉੱਥੇ ਬੈਠੇ ਬੈਠੇ ਸੋਚੋ, ਲੋਕੀ ਸਾਡੇ ਵਾਰਨੇ ਕਰ ਰਹੇ ਸੀਗੇ, ਪੈਸੇ ਪਾ ਰਹੇ ਸੀਗੇ ਝੋਲੀ ਦੇ ਵਿੱਚ, ਤੇ ਮੇਰੇ ਨਾਲ ਪ੍ਰਭੂ ਗੱਲ ਕਰ ਰਿਹਾ ਕਿ ਇੱਥੇ ਇੱਕ ਦਿਨ ਤੁਸੀਂ ਔਰ ਕੈਥੀ ਨੇ ਇੱਥੇ ਟੂਰਨਾਮੈਂਟ ਸ਼ੁਰੂ ਕਰਨੇ ਆ ਬਾਸਕਟਬਾਲ ਦੇ। ਤੇ ਔਰ ਅਸੀਂ ਉਸ ਗੱਲ ਨੂੰ ਭੁੱਲ ਗਏ। ਸਾਡਾ ਵਿਆਹ ਹੋ ਗਿਆ, ਸਾਡੇ ਪਹਿਲਾ ਬੱਚਾ ਹੋਇਆ 1996 ਦੇ ਵਿੱਚ, ਸਾਡੀ ਦੂਸਰੀ ਬੇਟੀ ਹੋਈ 1998 ਦੇ ਵਿੱਚ, ਔਰ ਪਰਮੇਸ਼ਵਰ ਦਾ ਇਹ ਬੀਜ ਬੀਜਿਆ ਹੋਇਆ ਸੀ ਦਿਲ ਦੇ ਵਿੱਚ। ਪਰ ਸਨ 2000 ਦੇ ਵਿੱਚ ਪਰਮੇਸ਼ਵਰ ਨੇ ਖਾਸ ਦਰਸ਼ਨ ਦਿੱਤਾ ਮੈਨੂੰ ਕੈਥੀ ਨੂੰ। ਸਾਡੇ ਘਰ ਦੇ ਵਿੱਚ ਗੱਲ ਕੀਤੀ ਸਾਡੇ ਦੋਨਾਂ ਨਾਲ ਕਿ ਉੱਠ ਕੇ ਜਵਾਨਾਂ ਲਈ ਕੰਮ ਸ਼ੁਰੂ ਕਰੋ। 21 ਸਾਲ ਹੋ ਗਏ ਇਸ ਗੱਲ ਨੂੰ, 21 ਸਾਲ, 21 ਈਅਰਸ। ਤੇ ਸਾਡੇ ਉਦੋਂ ਸਨ 2000 ਦੇ ਵਿੱਚ ਅਸੀਂ, ਮੇਰੇ 3 ਬੇਟੀਆਂ ਆ ਔਰ ਇੱਕ ਬੇਟਾ ਆ, ਜਿਹਦਾ ਜਨਮ 2002 ਦੇ ਵਿੱਚ ਹੋਇਆ। ਅਸੀਂ ਉਹ ਸੁਣਦੇ ਰਹੇ, ਪਰ ਅਸੀਂ ਕੰਮ ਨਹੀਂ ਸ਼ੁਰੂ ਕੀਤਾ। ਪਰ ਜਦੋਂ ਸਾਡਾ ਬੇਟਾ ਹੋਇਆ ਸਨ 2002 ਦੇ ਵਿੱਚ, ਪਰਮੇਸ਼ਰ ਨੇ ਸਾਨੂੰ ਉਠਾ ਕੇ ਖੜਿਆ ਕੀਤਾ, ਔਰ ਅਸੀਂ ਉਸ ਕੰਮ ਨੂੰ ਸ਼ੁਰੂ ਕੀਤਾ ਦਲੇਰੀ ਦੇ ਨਾਲ। ਇੱਕ ਛੋਟੇ ਜਿਹੇ ਪਾਰਕ ਤੋਂ, ਸਾਨੂੰ ਉਹ ਹਾਲ ਨਹੀਂ ਸੀ ਮਿਲਣਾ ਹਾਲੇ, ਸਾਨੂੰ ਅਸੀਂ ਸੋਚਿਆ ਵੀ ਨਹੀਂ ਸੀ, ਯੈਸ ਦਰਸ਼ਨ ਸੀਗਾ ਉਸ ਹਾਲ ਦਾ,
ਪਰ ਛੋਟੇ ਜਿਹੇ ਪਾਰਕ ਤੋਂ ਜਿਹੜਾ ਸਾਡੇ ਘਰ ਦੇ ਨੇੜੇ ਸੀ ਉੱਥੇ ਅਸੀਂ ਇਕੱਠੇ ਹੋਣਾ ਸ਼ੁਰੂ ਕੀਤਾ। ਮੈਂ ਸੀ, ਮੇਰੀ ਘਰ ਵਾਲੀ, ਸਾਡੇ 4 ਬੱਚੇ ਛੋਟੇ ਛੋਟੇ, ਔਰ ਸਾਡੇ ਨਾਲ ਸਾਡੇ ਨਾਨਾ ਜੀ ਰਹਿੰਦੇ ਸੀਗੇ, ਕੈਥੀ ਦੇ ਨਾਨਾ ਜੀ। ਤੇ ਉਦੋਂ ਅਸੀਂ ਉਸ ਪਾਰਕ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ, ਅਸੀਂ ਸਿਰਫ 7 ਜਣੇ ਸੀਗੇ, ਓਨਲੀ 7 ਪੀਪਲ। ਅਸੀਂ ਹੌਲੀ ਹੌਲੀ ਜਾਣਾ ਸ਼ੁਰੂ ਕੀਤਾ, ਪਾਰਕ ਦੇ ਵਿੱਚ ਖੇਡਣਾ ਸ਼ੁਰੂ ਕੀਤਾ ਨਿਆਣਿਆਂ ਦੇ ਨਾਲ। ਹੌਲੀ ਹੌਲੀ ਦੂਜੇ ਨਿਆਣੇ ਆਉਣੇ ਸ਼ੁਰੂ ਹੋ ਗਏ, ਉਹ ਸਾਡੇ ਨਾਲ ਜੁਆਇਨ ਹੋਣਾ ਸ਼ੁਰੂ ਹੋ ਗਏ। 3 ਮਹੀਨੇ ਅਸੀਂ ਪਾਰਕ ਦੇ ਵਿੱਚ ਕੰਮ ਕੀਤਾ, ਔਰ ਖੇਡਣ ਤੋਂ ਬਾਅਦ, ਖੇਡਣ ਤੋਂ ਪਹਿਲਾਂ ਵੀ ਅਸੀਂ ਪ੍ਰਾਰਥਨਾ ਕਰਦੇ ਸੀ, ਇੱਕ ਅੱਧਾ ਭਜਨ ਗਾਉਂਦੇ ਸੀ ਗਰਾਊਂਡ ਦੇ ਵਿੱਚ, ਔਰ ਬਾਅਦ 'ਚ ਖੇਡਦੇ ਸੀ ਨਿਆਣਿਆਂ ਨਾਲ। ਫਿਰ ਐਂਡ ਦੇ ਵਿੱਚ ਪ੍ਰਾਰਥਨਾ ਕਰਨੀ, ਉਹ ਛੋਟਾ ਜਿਹਾ ਵਚਨ 'ਚੋਂ ਸਿਰਫ ਕਹਾਣੀ ਦੱਸਣੀ, ਕੋਈ ਨਾ ਕੋਈ ਦਾਊਦ ਦੀ ਕਹਾਣੀ ਦੱਸਤੀ, ਯੂਸਫ ਦੀ ਕਹਾਣੀ ਦੱਸਤੀ, ਕੋਈ ਵੀ ਬਾਈਬਲ ਤੋਂ ਪਾਵਰਫੁਲ ਕਹਾਣੀ ਬੱਚਿਆਂ ਨਾਲ ਸ਼ੇਅਰ ਕਰਨੀ। ਔਰ ਤੁਸੀਂ ਯਕੀਨ ਕਰੋ 3 ਮਹੀਨਿਆਂ ਦੇ ਬਾਅਦ ਇਹ, ਕਿਉਂਕਿ ਸਮਰ ਦੇ ਵਿੱਚ ਸ਼ੁਰੂ ਕੀਤਾ ਸੀਗਾ, ਮੌਸਮ ਠੀਕ ਸੀਗਾ, ਪਰ ਫਿਰ 3 ਮਹੀਨਿਆਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ। ਸਾਨੂੰ ਹੁਣ ਹਾਲ ਦੀ ਲੋੜ ਸੀਗੀ, ਔਰ ਬੱਚੇ ਵੀ 20-25 ਬੱਚੇ ਹੋ ਗਏ ਉੱਥੇ ਖੇਡਣ ਵਾਲੇ। ਔਰ ਪਰਮੇਸ਼ਰ ਅੱਗੇ ਅਸੀਂ ਪ੍ਰਾਰਥਨਾ ਕੀਤੀ, ਪ੍ਰਭੂ ਜੀ ਤੁਸੀਂ ਇਹ ਹੁਣ ਸ਼ੁਰੂ ਕੀਤਾ ਕੰਮ, ਤੁਸੀਂ ਹੁਣ ਜਗ੍ਹਾ ਵੀ ਦਿਓ। ਔਰ ਇੱਥੇ ਸਾਡੇ ਆਕਸਫੋਰਡ ਦੇ ਵਿੱਚ ਇੱਕ ਜਗ੍ਹਾ ਹੈ ਬਾਰਟਨ ਨਾਂ ਦੀ, ਔਰ ਪਰਮੇਸ਼ਰ ਨੇ ਉਸੇ ਵੇਲੇ ਜਦੋਂ ਅਸੀਂ ਦੁਆ ਕਰਨੀ ਸ਼ੁਰੂ ਕੀਤੀ, ਸਾਨੂੰ 2 ਹਫ਼ਤਿਆਂ 'ਚ ਹੀ ਬਾਰਟਨ ਦੇ ਵਿੱਚ ਅਸੀਂ ਗਏ, ਸਾਨੂੰ ਉਹ ਜਗ੍ਹਾ ਮਿਲ ਗਈ। ਉਹ ਛੋਟਾ ਜਿਹਾ ਹਾਲ ਸੀਗਾ ਜਿੱਥੇ ਬਾਸਕਟਬਾਲ ਕੋਰਟ ਬਣੀ ਹੋਈ ਸੀ, ਦੋਨਾਂ ਵਾਸਤੇ ਪੋਲ ਸੀਗੇ, 2-3 ਹੋਰ ਰੂਮ ਸੀ, ਇੱਕ ਵਿੱਚ ਮੀਟਿੰਗ ਕਰਨ ਦਾ, ਔਰ ਇੱਕ ਨਾਲ ਕਿਚਨ ਸੀਗੀ, ਨਾਲ ਖਾਣਾ ਖੁਣਾ ਰੱਖਣ ਦਾ। ਤੇ ਪ੍ਰਭੂ ਦੇ ਫਜ਼ਲ ਦੇ ਨਾਲ ਉਹ ਜਗ੍ਹਾ ਸਾਨੂੰ ਮਿਲੀ। ਅਸੀਂ ਉੱਥੇ 2 ਸਾਲ ਅਸੀਂ ਉੱਥੇ ਕੰਮ ਕੀਤਾ, 2 ਸਾਲ। 20 ਤੋਂ ਫਿਰ ਸਾਡੇ ਕੋਲ 50, 55, 60 ਬੱਚੇ ਹੋ ਗਏ ਉਸ ਜਗ੍ਹਾ ਦੇ ਵਿੱਚ। ਔਰ 2 ਸਾਲਾਂ ਦੇ ਵਿੱਚ ਜਦੋਂ 100 ਬੱਚੇ ਹੋ ਗਏ, ਸਾਨੂੰ ਉਹ ਜਗ੍ਹਾ ਛੋਟੀ ਪੈ ਗਈ। ਤੇ ਫਿਰ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨ ਲੱਗੇ, ਪ੍ਰਭੂ ਜੀ ਹੁਣ ਇਹ ਕੰਮ, ਹੁਣ ਬੱਚੇ ਵੱਧ ਗਏ ਆ, ਸਾਨੂੰ ਕੋਚਸ ਮਿਲ ਗਏ ਆ, ਸਾਡੇ ਟੂਰਨਾਮੈਂਟ ਸ਼ੁਰੂ ਹੋ ਗਏ ਆ ਇਸ ਜਗ੍ਹਾ ਦੇ ਵਿੱਚ, ਬਾਰਟਨ ਦੇ ਵਿੱਚ, ਸਾਨੂੰ ਹੋਰ ਵੱਡੀ ਜਗ੍ਹਾ ਦਿਓ। ਫਿਰ ਪਰਮੇਸ਼ਰ ਨੇ ਸਾਨੂੰ ਉਹੋ ਹੀ ਹਾਲ ਦਿੱਤਾ ਜਿੱਥੇ ਸਾਡੀ ਸ਼ਾਦੀ ਹੋਈ ਸੀ। ਕੈਨ ਯੂ ਇਮੇਜਿਨ ਦੈਟ? ਆਫਟਰ 7 years ਪਰਮੇਸ਼ਰ ਨੇ ਜੋ ਦਰਸ਼ਨ ਦਿੱਤਾ ਸੀ 7-8 ਸਾਲਾਂ ਬਾਅਦ, ਪਰਮੇਸ਼ਰ ਨੇ ਉਹੋ ਹੀ ਜਗ੍ਹਾ ਤੇ ਸਾਨੂੰ ਲਿਜਾ ਕੇ ਖੜਿਆ ਕੀਤਾ, ਮੈਨੂੰ ਔਰ ਕੈਥੀ ਨੂੰ। ਔਰ ਸਾਨੂੰ 100 ਤੋਂ ਜ਼ਿਆਦਾ ਜਵਾਨ ਦਿੱਤੇ ਜਿਹੜੇ ਆਉਂਦੇ ਸੀ ਵੱਖ-ਵੱਖ ਜਗ੍ਹਾ ਤੋਂ, ਆਕਸਫੋਰਡ ਤੋਂ, ਉੱਥੇ ਆ ਕੇ ਹਰ ਸ਼ੁੱਕਰਵਾਰ ਨੂੰ ਖੇਡਦੇ ਸੀਗੇ ਔਰ ਪ੍ਰਾਰਥਨਾ ਕਰਦੇ ਸੀ, ਔਰ ਅਸੀਂ ਗੀਤ ਭਜਨ ਗਾਉਂਦੇ ਸੀਗੇ। ਔਰ ਇਸ ਤਰ੍ਹਾਂ ਸਾਨੂੰ ਪਰਮੇਸ਼ਰ ਨੇ ਸੇਵਾ ਦੇ ਵਿੱਚ ਲਿਆਂਦਾ, ਯੂਥ ਮਿਨਿਸਟਰੀ ਦੇ ਜ਼ਰੀਏ। ਉਦੋਂ ਸਾਡੀ ਉਮਰ ਤਕਰੀਬਨ 28-30 ਸਾਲਾਂ ਦੀ ਸੀਗੀ, ਮੇਰੀ ਔਰ ਕੈਥੀ 30 ਸਾਲਾਂ ਦੀ ਉਮਰ ਸੀਗੀ। ਤੇ now I'm 47 now, my wife is 47 now, so we are both 47 now. so ਪਰਮੇਸ਼ਰ ਦੀ ਇਹ ਕਿਰਪਾ ਆ, ਇਹ ਦਇਆ ਆ ਕਿ ਜਦੋਂ ਸਾਨੂੰ ਉਸ ਵੱਡੇ ਹਾਲ ਦੇ ਵਿੱਚ ਲੈ ਕੇ ਗਿਆ, ਫਿਰ ਪਰਮੇਸ਼ਰ ਨੇ ਸਾਨੂੰ ਵੱਡਾ ਦਰਸ਼ਨ ਦਿੱਤਾ। ਮੈਂ ਟੈਲੀਕਮਿਊਨੀਕੇਸ਼ਨਸ ਦੇ ਵਿੱਚ ਕੰਮ ਕਰਦਾ ਸੀ, ਮੇਰੀ ਤਨਖਾਹ ਮਹੀਨੇ ਦੀ 6000 ਪਾਉਂਡ ਸੀਗੀ, ਮਿਲਾ ਕੇ ਸਾਰਾ ਕੁਝ। I was earning good money, ਰਾਈਟ। ਪਰ ਜੋ ਪਰਮੇਸ਼ਰ ਨੇ ਫਿਰ ਸਾਡੇ ਨਾਲ, ਮੇਰੇ ਨਾਲ ਔਰ ਕੈਥੀ ਨੇ ਗੱਲ ਕੀਤੀ, ਸਾਨੂੰ ਪਰਮੇਸ਼ਰ ਇੰਡੀਆ ਲੈ ਕੇ ਗਿਆ। ਇਨ ਈਅਰ 2008 ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇੰਡੀਆ ਲੈ ਕੇ ਗਏ, ਔਰ ਉੱਥੇ ਅਸੀਂ ਨੀਂਹ ਪੱਥਰ ਰੱਖਿਆ, ਸਾਨੂੰ ਜਗ੍ਹਾ ਦਿੱਤੀ ਪਰਮੇਸ਼ਰ ਨੇ, ਉੱਥੇ ਵੀ ਜਗ੍ਹਾ ਦਿੱਤੀ। ਪਰਮੇਸ਼ਰ ਨੇ ਜਿਹੜਾ ਦਰਸ਼ਨ ਦਿਖਾਇਆ ਸੀ ਉੱਥੇ ਵੀ ਸਾਨੂੰ ਜਗ੍ਹਾ ਦਿੱਤੀ, ਔਰ ਉੱਥੇ ਪਰਮੇਸ਼ਰ ਨੇ ਬਿਮਾਰਾਂ ਦੇ ਲਈ, ਬਜ਼ੁਰਗਾਂ ਦੇ ਲਈ ਉਹ ਜਗ੍ਹਾ ਬਣਾਈ, ਜਿੱਥੇ ਅੱਜ ਬਿਮਾਰਾਂ ਦੀ ਦੇਖਭਾਲ ਕੀਤੀ ਜਾਂਦੀ ਆ ਔਰ ਪ੍ਰਭੂ ਦਾ ਵਚਨ ਸੁਣਾਇਆ ਜਾਂਦਾ। 24 ਘੰਟੇ ਉਹ ਜਗ੍ਹਾ ਖੁੱਲੀ ਰਹਿੰਦੀ ਆ, ਔਰ ਉਹ ਪੂਰੇ 1 ਏਕੜ ਦੇ ਵਿੱਚ ਜਗ੍ਹਾ ਆ। ਔਰ ਨਾਲ ਹੀ ਇੱਥੇ ਪਾਸਟਰ ਜੀ ਦੱਸ ਰਹੇ ਸੀ, ਮਿਲਾ ਰਹੇ ਸੀ ਵੀ ਆਹ ਭਾਈ ਸਾਡਾ ਚਿਕਨ ਫਾਰਮ 'ਚ ਕੰਮ ਕਰਦਾ, ਆਹ ਫਾਰਮ 'ਚ ਕੰਮ ਕਰਦਾ। ਪਰਮੇਸ਼ਰ ਨੇ ਸਾਨੂੰ ਇੱਕ ਬਹੁਤ ਵੱਡਾ ਫਾਰਮ ਹਾਊਸ ਵੀ ਦਿੱਤਾ ਹੋਇਆ ਆ, ਜਿੱਥੇ ਚਿਕਨ ਆ ਔਰ ਗਾਵਾਂ ਮੱਝਾਂ ਆ, ਆਪਣਾ ਦੁੱਧ ਆ, ਆਪਣੀਆਂ ਸਬਜ਼ੀਆਂ ਆ, ਆਪਣੀਆਂ ਹੀ ਚਿਕਨ ਆ। ਉਹ ਜਿਹੜੇ ਉੱਥੇ ਮਰੀਜ਼ ਰਹਿੰਦੇ ਆ, ਸਾਰੀਆਂ ਸਬਜ਼ੀਆਂ ਔਰ ਦੁੱਧ, ਸਾਰੀ ਸਪਲਾਈ ਉੱਥੋਂ ਫਾਰਮ ਹਾਊਸ ਤੋਂ ਉੱਥੇ ਸੈਂਟਰ 'ਚ ਜਾਂਦਾ, ਆਸ਼ਰਮ 'ਚ ਜਾਂਦਾ ਆ, ਤਾਂ ਜੋ ਜਿੰਨੇ ਉੱਥੇ ਮਰੀਜ਼ ਰਹਿੰਦੇ ਆ ਜਾਂ ਜਿਹੜਾ ਸਟਾਫ ਆ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਦੁੱਧ ਦਾ ਇੰਤਜ਼ਾਮ, ਸਬਜ਼ੀ ਦਾ ਇੰਤਜ਼ਾਮ, ਈਵਨ ਕਣਕ ਦਾ ਇੰਤਜ਼ਾਮ, ਕਿਉਂਕਿ ਅਸੀਂ ਹੋਰ ਵੀ ਨਾਲ ਜ਼ਮੀਨ ਠੇਕੇ ਦੇ ਪਰਮੇਸ਼ਰ ਨੇ ਸਾਨੂੰ ਦਿੱਤੀ ਹੋਈ ਆ ਫਾਰਮ ਹਾਊਸ ਦੇ ਨਾਲ। ਉੱਥੋਂ ਸਾਰੀ ਕਣਕ ਚੌਲ ਤੱਕ ਪਰਮੇਸ਼ਰ ਨੇ ਸਾਰਾ ਇੰਤਜ਼ਾਮ ਕੀਤਾ। ਪਰਮੇਸ਼ਰ ਕਿਸੇ ਗੱਲੋਂ ਰਹਿਣ ਨਹੀਂ ਦਿੰਦਾ। ਔਰ ਸਭ ਤੋਂ ਵੱਡੀ ਗਵਾਹੀ ਕਿ ਪਰਮੇਸ਼ਰ ਨੇ ਮੈਨੂੰ ਕੰਮ ਤੋਂ, ਪਰਮੇਸ਼ਰ ਨੇ ਕਿਹਾ ਕੰਮ ਛੱਡ ਕੇ ਤੇ ਇੰਡੀਆ ਚੱਲ ਜਾਓ। ਸਾਨੂੰ ਸਾਰੇ ਲੋਕ ਪਾਗਲ ਕਹਿੰਦੇ ਸੀ, ਮੇਰੇ ਭੈਣੋ ਭਰਾਵੋ, ਸਾਡੇ ਭੈਣ ਭਰਾ, ਇੱਥੋਂ ਤੱਕ ਸਾਡੇ ਮਾਂ-ਬਾਪ, ਉਹ ਕਹਿੰਦੇ ਬੱਚੇ ਕਿੱਦਾਂ ਪਾਲੂਗੇ, ਤੁਹਾਡੇ 4 ਬੱਚੇ ਆ, ਕਿੱਦਾਂ ਪਾਲੂਗੇ ਜੇ ਕੰਮ ਛੱਡ ਕੇ ਚੱਲ ਗਏ। ਅਸੀਂ 2 ਸਾਲ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣੀ, ਆਨਾਕਾਨੀ ਕਰਦੇ ਰਹੇ।
ਕਿਉਂਕਿ ਸਾਨੂੰ ਵੀ ਹੈ ਇਨਸਾਨ, ਸਾਨੂੰ ਵੀ ਲੱਗਦਾ ਸੀ ਕਿੱਦਾਂ ਹੋਊਗਾ, ਕੀ ਨਹੀਂ ਹੋਊਗਾ। ਪਰ ਪਰਮੇਸ਼ਵਰ, ਇੱਕ ਦਿਨ ਅਸੀਂ ਇਦਾਂ ਹੀ ਚਰਚ ਲਈ ਤਿਆਰ ਹੋ ਰਹੇ ਸੀਗੇ। ਸਾਡੇ ਇੱਥੇ ਬੜੇ ਅਜ਼ੀਜ਼ ਪਾਸਟਰ ਮੈਸੀ ਆ, ਬਜ਼ੁਰਗ ਪਾਸਟਰ ਸਿਸਿਲ ਬਲਦੇਵ ਚੰਗੀ ਤਰ੍ਹਾਂ ਜਾਣਦੇ ਆ, ਸ਼ਾਇਦ ਪਾਸਟਰ ਜੋਨੀ ਵੀ ਜਾਣਦੇ, ਉਹ ਹੁਣ ਪਰਮੇਸ਼ਵਰ ਵਿੱਚ ਸੌਂ ਗਏ ਆ। ਪਰ ਉਦੋਂ ਪਰਮੇਸ਼ਵਰ ਦੇ ਦਾਸ ਉਹ ਸਾਨੂੰ ਹਮੇਸ਼ਾ ਇਨਕਰੇਜ ਕਰਦੇ ਸੀਗੇ, ਸਾਨੂੰ ਹਮੇਸ਼ਾ ਵਚਨ ਦੇ ਨਾਲ ਦਲੇਰੀ ਦਿੰਦੇ ਸੀ, ਜਿਸ ਤਰ੍ਹਾਂ ਹੁਣ ਪਾਸਟਰ ਸਿਸਿਲ ਬਲਦੇਵ ਦਿੰਦੇ ਆ, ਹਮੇਸ਼ਾ ਦਲੇਰੀ ਦਿੰਦੇ ਆ, ਇਨਕਰੇਜ ਕਰਦੇ ਆ। ਤੇ ਉਸ ਜਗ੍ਹਾ ਦੇ ਵਿੱਚ ਪਰਮੇਸ਼ਵਰ ਸਾਨੂੰ ਲੈ ਕੇ ਗਿਆ। ਸਾਨੂੰ ਪਾਸਟਰ ਜੀ ਨੇ ਬੜੀ ਇਨਕਰੇਜਮੈਂਟ ਕੀਤੀ ਕਿ ਜੋ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ। ਮੇਰੇ ਭੈਣੋ ਭਰਾਵੋ, ਮੇਰੇ ਅਜ਼ੀਜ਼ੋ, ਅਸੀਂ ਸੱਚੀ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਮੈਂ ਆਪਣਾ ਕੰਮ ਵੀ ਛੱਡ ਦਿੱਤਾ, ਔਰ ਪਰਮੇਸ਼ਵਰ ਸਾਨੂੰ ਇੰਡੀਆ ਲੈ ਕੇ ਗਿਆ ਔਰ ਉੱਥੇ ਇਸਤੇਮਾਲ ਕੀਤਾ। ਮਗਰੋਂ ਸਾਡਾ ਘਰ ਸੀਗਾ ਇੱਥੇ, 4 ਬੈਡਰੂਮ ਹਾਊਸ ਸੀਗਾ, ਉਹ ਅਸੀਂ ਕਿਰਾਏ ਤੇ ਚਾੜ ਗਏ। ਪਰ ਕੀ ਹੋਇਆ, 6 ਮਹੀਨਿਆਂ ਬਾਅਦ ਕਿਰਾਏਦਾਰ ਛੱਡ ਕੇ ਚਲੇ ਗਏ ਮਕਾਨ, ਔਰ ਸਾਡੀ ਮੋਰਗੇਜ ਜਾਣੀ ਮੁਸ਼ਕਲ ਹੋ ਗਈ। ਸਾਨੂੰ ਸ਼ੈਤਾਨ ਸਾਨੂੰ ਮੁੜ ਕੇ ਸਾਨੂੰ ਧਿਆਨ ਸਾਡਾ ਘਰ ਵੱਲ ਪਾ ਰਿਹਾ ਸੀ ਵੀ ਉਹ ਘਰ ਜੇ ਕਿਸ਼ਤਾਂ ਨਾ ਗਈਆਂ ਤੇ ਬੈਂਕ ਨੇ ਲੈ ਲੈਣਾ। ਮੇਰੇ ਭੈਣੋ ਭਰਾਵੋ, ਅਸੀਂ ਪਰਮੇਸ਼ਵਰ ਅੱਗੇ ਰੱਖਿਆ, ਪ੍ਰਭੂ ਜੀ ਜੇ ਤੁਸੀਂ ਸਾਨੂੰ ਲੈ ਕੇ ਆਏ ਹੋ, ਜਿਸ ਤਰ੍ਹਾਂ ਇਸਰਾਈਲੀਆਂ ਨੇ ਪਰਮੇਸ਼ਵਰ ਅੱਗੇ ਜਦੋਂ ਉਹਨਾਂ ਨੂੰ ਕਿਹਾ ਵੀ ਜਾਓ, ਤੁਹਾਨੂੰ ਮੈਂ ਇਸ ਮਿਸਰ ਚੋਂ ਕੱਢ ਕੇ ਲੈ ਕੇ ਜਾ ਰਿਹਾ, ਮੋਰੇ ਲਾਲ ਸਮੁੰਦਰ ਆ ਗਿਆ ਸੀ ਕਿ ਨਹੀਂ ਆ ਗਿਆ ਸੀ? ਮੋਰੇ ਲਾਲ ਸਮੁੰਦਰ ਆ ਗਿਆ ਤੇ ਫਿਰ ਉਹ ਪਰਮੇਸ਼ਵਰ ਅੱਗੇ ਉਹਨਾਂ ਦੁਹਾਈ ਦਿੱਤੀ, ਔਰ ਕੀ ਕੀਤਾ ਪਰਮੇਸ਼ਵਰ ਨੇ? ਲਾਲ ਸਮੁੰਦਰ ਨੂੰ ਕੀ ਕੀਤਾ ਸੀ? ਫਾੜ ਦਿੱਤਾ, ਰਾਹ ਬਣਾਤਾ ਪਰਮੇਸ਼ਵਰ ਨੇ ਉਸ ਲਾਲ ਸਮੁੰਦਰ ਚੋਂ ਆਪਣੇ ਲੋਕਾਂ ਲਈ। ਉਸੇ ਤਰ੍ਹਾਂ ਅਸੀਂ ਪਰਮੇਸ਼ਵਰ ਤੋਂ ਆਪਣੇ ਲੋਕਾਂ ਲਈ ਰਾਹ ਬਣਾਇਆ ਸੀ, ਅੱਜ ਸਾਡੇ ਲਈ ਵੀ ਰਾਹ ਬਣਾ। ਜੇ ਤੁਸੀਂ ਸਾਨੂੰ ਇੰਡੀਆ ਲੈ ਕੇ ਗਏ ਹੋ, ਅਸੀਂ ਕਿਸੇ ਦੀ ਗੱਲ ਨਹੀਂ ਸੁਣੀ, ਅਸੀਂ ਨਾ ਆਪਣੇ ਮਾਂ-ਬਾਪ ਦੀ ਗੱਲ ਸੁਣੀ, ਨਾ ਆਪਣੇ ਭੈਣਾਂ ਭਰਾਵਾਂ ਦੀ ਗੱਲ ਸੁਣੀ, ਪਰ ਅਸੀਂ ਤੁਹਾਡੀ ਵਚਨ ਨੂੰ ਪੂਰਾ ਕੀਤਾ, ਤੁਹਾਡੇ ਹੁਕਮ ਨੂੰ ਮੰਨ ਕੇ ਅਸੀਂ ਇੰਡੀਆ ਆਏ ਆ, ਸਾਰਾ ਕੁਝ ਛੱਡ ਕੇ। ਤੇ ਅੱਜ ਤੁਸੀਂ ਸਾਡੇ ਲਈ ਉਹ ਰਸਤਾ ਪੈਦਾ ਕਰੋ। ਮੇਰੇ ਭੈਣੋ ਭਰਾਵੋ, ਅਸੀਂ ਮੋਰਗੇਜ ਦੇ ਪੇਪਰ ਲੈ, ਔਰ ਅਸੀਂ ਉਹ ਕਿਰਾਏਦਾਰ ਕਿਉਂਕਿ ਚਲ ਗਏ ਸੀ, ਸਾਨੂੰ, ਮੈਨੂੰ ਔਰ ਕੈਥੀ ਨੂੰ ਅਚਾਨਕ ਵਾਪਸ ਆਉਣਾ ਪਿਆ ਇੰਗਲੈਂਡ। ਫਿਰ ਦੁਬਾਰਾ ਸਾਡੇ ਬੱਚੇ ਉੱਥੇ ਹੀ ਸੀ, ਹੋਸਟਲ 'ਚ ਪੜ੍ਹਦੇ, ਇੰਡੀਆ ਦੇ ਵਿੱਚ ਹੀ। ਅਸੀਂ ਵਾਪਸ ਆਏ ਔਰ ਅਸੀਂ ਆਪਣੇ ਘਰ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਅਸੀਂ ਪੇਪਰਾਂ ਦੇ ਉੱਤੇ ਹੱਥ ਰੱਖ ਕੇ ਅਸੀਂ ਪ੍ਰਾਰਥਨਾ ਕਰ ਰਹੇ ਸੀ, ਮੈਂ, ਕੈਥੀ ਔਰ ਪਾਸਟਰ ਮੈਸੀ। ਅਸੀਂ ਹੱਥ ਰੱਖ ਕੇ ਜਦੋਂ ਮੋਰਗੇਜ ਦੇ ਪੇਪਰਾਂ ਤੇ ਰੱਖ ਕੇ ਦੁਆ ਕਰ ਰਹੇ ਸੀ। ਮੇਰੇ ਭੈਣੋ ਭਰਾਵੋ, ਯਕੀਨ ਕਰੋ, ਪਰਮੇਸ਼ਵਰ ਗਵਾਹ ਹੈ ਇਸ ਗੱਲ ਦਾ, ਔਰ ਸਾਰੀ ਕਮਿਊਨਿਟੀ, ਸਾਡੇ ਭੈਣ ਭਰਾ ਇਸ ਗੱਲ ਦੇ ਗਵਾਹ ਆ। ਪਾਸਟਰ ਸਿਸਿਲ ਵੀ ਇਸ ਗਵਾਹੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਅਸੀਂ ਦੁਆ ਕਰ ਹੀ ਰਹੇਗੀ, ਅਸੀਂ ਆਮੀਨ ਨਹੀਂ ਕੀਤੀ ਕਿ ਪ੍ਰਭੂ ਜੀ ਇਹ ਮੋਰਗੇਜ ਦਾ ਤੁਸੀਂ ਇੰਤਜ਼ਾਮ ਕਰੋ, ਤੁਸੀਂ ਘਰ ਦਿੱਤਾ ਆ, ਜੇ ਤੁਹਾਡੀ ਇੱਛਾ ਆ ਕਿ ਇਹ ਘਰ ਅਸੀਂ ਵੇਚ ਦਈਏ ਤੇ ਤੁਸੀਂ ਇਹਦਾ ਚਿੰਨ੍ਹ ਦਿਖਾਓ। ਜੇ ਤੁਹਾਡੀ ਇੱਛਾ ਕਿ ਇਹ ਸਾਡੇ ਕੋਲ ਘਰ ਰਵੇ, ਇਹ ਵੀ ਤੁਸੀਂ ਚਿੰਨ੍ਹ ਦਿਖਾਓ, ਫਿਰ ਅਸੀਂ ਸ਼ਾਂਤੀ ਦੇ ਨਾਲ ਇੰਡੀਆ ਜਾ ਸਕਦੇ ਹਾਂ। ਮੇਰੇ ਭੈਣਾਂ ਭਰਾਵੋ, ਜਦੋਂ ਅਸੀਂ ਆਮੀਨ ਹੀ ਕਿਹਾ ਉਸ ਦੁਆ ਕਰਕੇ, ਤਾਂ ਸਾਡੇ ਘਰ ਦੀ ਬੈਲ ਵੱਜੀ, ਔਰ ਇੱਕ ਇਨਸਾਨ ਆਇਆ ਸਾਡੇ ਘਰੇ। ਉਹ ਕਹਿੰਦਾ, ਜੀ ਮੈਨੂੰ ਪਰਮੇਸ਼ਵਰ ਨੇ ਮੇਰੇ ਦਿਲ ਦੇ ਵਿੱਚ ਕੁਝ ਪਾਇਆ, ਤੁਸੀਂ ਕਿਸੇ ਗੱਲ ਲਈ ਦੁਆ ਕਰ ਰਹੇ ਹੋ। ਅਸੀਂ ਉਹਦਾ ਵੈਲਕਮ ਕੀਤਾ, ਅਸੀਂ ਉਹਨੂੰ ਅੰਦਰ ਬੁਲਾਇਆ, ਉਹਨੂੰ ਚਾਹ ਪਾਣੀ ਪਿਲਾਇਆ, ਤੇ ਉਸ ਇਨਸਾਨ ਨੂੰ ਦੱਸਿਆ ਵੀ ਹਾਂ ਅਸੀਂ ਦੁਆ ਕਰ ਰਹੇ ਸੀ। ਉਹ ਵੀ ਵਿਸ਼ਵਾਸੀ ਬੰਦਾ ਸੀ ਔਰ ਸਾਨੂੰ ਜਾਣਦਾ ਸੀ ਪਹਿਲਾਂ ਵੀ, ਔਰ ਹਾਂ ਅਸੀਂ ਕਿਹਾ ਅਸੀਂ ਦੁਆ ਕਰ ਰਹੇ ਹਾਂ, ਮੋਰਗੇਜ ਦੇ ਪੇਪਰ ਪਏ ਆ ਜੀ, ਇਹਦੇ ਉੱਤੇ ਹੱਥ ਰੱਖ ਕੇ ਅਸੀਂ ਹੁਣੇ ਆਮੀਨ ਕਿਹਾ ਆ ਤੇ ਤੁਸੀਂ ਆ ਗਏ ਹੋ। ਉਹ ਕਹਿੰਦਾ ਠੀਕ ਹੈ, ਮੈਨੂੰ ਪਰਮੇਸ਼ਵਰ ਨੇ ਭੇਜਿਆ ਆ। ਯਕੀਨ ਕਰੋ, ਸਾਡੀ ਜਿਹੜੀ ਮੋਰਗੇਜ ਰਹਿੰਦੀ ਸੀ ਘਰ ਦੀ, ਜਿਹੜਾ ਲੋਨ ਰਹਿੰਦਾ ਸੀ, ਜਿਹੜੇ ਪੈਸੇ ਘਰ ਦੇ ਉੱਤੇ ਸਾਡੇ ਦੇਣ ਵਾਲੇ ਰਹਿੰਦੇ ਸੀ, ਕਿਉਂਕਿ ਮਹੀਨੇ ਦੀ ਕਿਸ਼ਤ ਜਾਂਦੀ ਸੀ, ਉਹ ਤਾਂ ਜਾਂਦੀ ਰਹਿਣੀ ਸੀਗੀ। ਉਹ ਜਿੰਨੀ ਕਿਸ਼ਤ ਰਹਿੰਦੀ ਸੀਗੀ, ਜਿੰਨੇ ਪੈਸੇ ਰਹਿੰਦੇ ਸੀ, 162,000 162,000, 1 ਕਰੋੜ, ਨੀਅਰਲੀ ਡੇਢ ਕਰੋੜ ਤੋਂ ਜ਼ਿਆਦਾ, 2 ਕਰੋੜ ਹੀ ਲਾ ਲਓ, 162,000 ਪਾਉਂਡ, ਇੰਨੇ ਪੈਸੇ ਸਾਡੇ ਬੈਂਕ ਨੂੰ ਦੇਣ ਵਾਲੇ ਰਹਿੰਦੇ ਸੀਗੇ। ਠੀਕ ਹੈ ਜੀ। ਔਰ ਉਸ ਇਨਸਾਨ ਨੇ ਆਣ ਕੇ ਪੇਪਰ ਚੈੱਕ ਕੀਤੇ ਵੀ ਕਿੰਨੀ ਮੋਰਗੇਜ ਰਹਿੰਦੀ ਆ। ਉਹਨੇ ਆਪਣਾ ਲੈਪਟਾਪ ਖੋਲਿਆ ਉਸੇ ਟਾਈਮ, ਔਰ ਉਹਨੇ ਕੁਛ ਕੀਤਾ, ਉਂਗਲਾਂ ਮਾਰੀਆਂ ਆਪਣੇ ਲੈਪਟਾਪ ਤੇ, ਔਰ ਬਾਅਦ ਚ ਕਹਿੰਦਾ ਲਓ ਜੀ ਤੁਹਾਡੀ ਮੋਰਗੇਜ ਪੇ ਆਫ ਹੋ ਗਈ ਆ। 162,000 ਪਾਉਂਡ ਜਸਟ ਇਨ ਏ ਸੈਕਿੰਡਸ। ਮੇਰੇ ਭੈਣੋ ਭਰਾਵੋ, ਇਨ ਏ ਸੈਕਿੰਡਸ ਗॉड ਕੈਨ ਡੂ ਐਨੀਥਿੰਗ। ਪਰਮੇਸ਼ਵਰ ਕੁਝ ਵੀ ਕਰ ਸਕਦਾ ਆ। ਅੱਜ ਅਸੀਂ ਵੀ ਆਪਣੀਆਂ ਨਿੱਕੀਆਂ ਪਰੇਸ਼ਾਨੀਆਂ ਲੈ ਕੇ ਪਰੇਸ਼ਾਨ ਹੁੰਦੇ ਸੀ, ਹੈ ਸਾਡੇ ਨਿਆਣੇ ਕਿੱਥੇ ਪੜਨਗੇ ਪਰਮੇਸ਼ਵਰ, ਸਾਡੇ ਘਰ ਦਾ ਕੀ ਹੋਊਗਾ, ਸਾਡੀ ਮੋਰਗੇਜ ਦਾ ਕੀ ਹੋਊਗਾ। ਪ੍ਰਭੂ ਤੂੰ ਤਾਂ ਸਾਨੂੰ ਸੱਦ ਲਿਆ, ਸਾਡੇ ਮਾਂ-ਬਾਪ ਸਾਨੂੰ ਪਾਗਲ ਕਹਿੰਦੇ, ਸਾਡੇ ਲੋਕ ਜਿਹੜੇ ਦੇਖਣ ਵਾਲੇ ਉਹ ਪਾਗਲ ਕਹਿੰਦੇ, ਹੈ ਲੋਕੀ ਤਾਂ ਇੰਗਲੈਂਡ ਨੂੰ ਭੱਜਦੇ ਆ, ਤੁਸੀਂ ਵਾਪਸ ਇੰਡੀਆ ਨੂੰ ਭੱਜ ਰਹੇ ਹੋ। ਉਹ ਤੁਸੀਂ ਪੱਕੇ ਹੋ, ਤੁਹਾਡੇ ਨਿਆਣੇ ਇੱਥੇ ਜੰਮ ਪਲਿਆ, ਤੇ ਤੇਰੀ ਘਰ ਵਾਲੀ ਇੱਥੇ ਦੀ ਜੰਮ ਪਲਿਆ,
ਚੰਗੀ ਜੌਬ ਆ ਤੇਰੀ, ਸਾਰਾ ਕੁਝ ਆ, ਤੁਸੀਂ ਪਾਗਲ ਹੋ ਗਏ ਹੋ। ਪਰਮੇਸ਼ਵਰ ਨੇ ਇਹ ਵੱਡਾ ਕੰਮ ਕਰਕੇ ਸ਼ੈਤਾਨ ਦਾ ਮੂੰਹ ਕੀ ਕੀਤਾ? ਬੰਦ ਕੀਤਾ। ਹਾਲੇਲੂਇਆ, ਬੋਲੋ ਹਾਲੇਲੂਇਆ। ਸੱਜਾ ਹੱਥ ਉਠਾ ਕੇ ਬੋਲ ਦਿਓ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਹਾਲੇਲੂਇਆ। ਅਸੀਂ ਵੀ ਅੱਜ ਦੇ ਦੌਰ ਦੇ ਵਿੱਚ ਵੀ, ਔਰ ਹੋ ਸਕਦਾ ਮੇਰੇ ਚੋਂ ਮੇਰਾ ਕੋਈ ਭੈਣ ਭਰਾ ਸੁਣ ਰਿਹਾ ਹੋਵੇ, ਪਰੇਸ਼ਾਨੀ 'ਚ ਹੋਵੇ, ਹਨਾ। ਸਾਨੂੰ ਸਾਰਿਆਂ ਨੂੰ ਪਰੇਸ਼ਾਨੀ ਹੋ ਜਾਂਦੀ, ਅੱਜ ਵੀ ਪਰੇਸ਼ਾਨੀ ਹੁੰਦੀ, ਏਦਾਂ ਨਹੀਂ। ਸਾਨੂੰ ਕੱਲ ਵੀ ਪਰੇਸ਼ਾਨੀ ਸੀ, ਪਿਛਲੇ ਹਫਤੇ ਵੀ ਸਾਨੂੰ ਪਰੇਸ਼ਾਨੀ ਪੈ ਗਈ ਸੀਗੀ, ਹੈਨਾ। ਹੋ ਸਕਦਾ ਕੱਲ ਨੂੰ ਫੇਰ ਕੋਈ ਪਰੇਸ਼ਾਨੀ ਆ ਜਾਵੇ, ਪਰ ਯਾਦ ਰੱਖੋ ਮੇਰੇ ਭੈਣੋ ਭਰਾਵੋ ਕਿ ਪਰਮੇਸ਼ਵਰ ਤੁਹਾਡਾ ਔਰ ਮੇਰਾ ਜ਼ਿੰਦਾ ਪਰਮੇਸ਼ਵਰ ਆ। ਉਹ ਹਰ ਪਰੇਸ਼ਾਨੀ ਦੇ ਵਿੱਚ, ਹਰ ਦੁੱਖ, ਹਰ ਸੰਕਟ ਦੇ ਵਿੱਚ ਸਾਡੇ ਅੰਗ ਸੰਗ ਹੈਗਾ ਆ। ਉਹ ਹਮੇਸ਼ਾ ਸਾਨੂੰ ਕਦੇ ਨਹੀਂ ਛੱਡਦਾ। ਜਿਸ ਤਰ੍ਹਾਂ ਮੈਨੂੰ ਨਹੀਂ ਛੱਡਿਆ, ਮੇਰੇ ਪਰਿਵਾਰ ਨੂੰ ਨਹੀਂ ਛੱਡਿਆ, ਪਰਮੇਸ਼ਵਰ ਨੇ ਸਾਡੀ ਮੋਰਗੇਜ ਲਾਈ, ਔਰ ਉਸ ਇਨਸਾਨ ਦੇ ਜ਼ਰੀਏ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ। ਉਹ ਕਹਿੰਦੇ ਜਿੰਨਾ ਤੇ ਤੁਸੀਂ ਜੀਂਦੇ ਹੋ, ਪਰਮੇਸ਼ਵਰ ਤੁਹਾਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰੇਗਾ। ਇਸ ਘਰ ਦੇ ਵਿੱਚੋਂ ਜਿੰਨੀ ਕਮਾਈ ਆਊਗੀ, ਉਹ ਹੁਣ ਸਾਡਾ ਘਰ ਕਿਰਾਏ ਤੇ ਆ ਮੇਰੇ ਭੈਣੋ ਭਰਾਵੋ। ਉਹਦਾ ਜਿੰਨਾ ਕਿਰਾਇਆ ਆਉਂਦਾ, ਅੱਧਾ ਸਾਡੀ ਤਨਖਾਹ ਆ, ਮੇਰੀ ਔਰ ਮੇਰੇ ਪਰਿਵਾਰ ਦੀ। ਔਰ ਪਰਮੇਸ਼ਵਰ ਨੇ ਹੁਕਮ ਦਿੱਤਾ ਕਿ ਅੱਧਾ ਪੈਸਾ ਪਰਮੇਸ਼ਵਰ ਦੇ ਕੰਮਾਂ ਲਈ। ਇੰਡੀਆ ਦੇ ਵਿੱਚ ਅੱਜ ਉਹ ਆਸ਼ਰਮ ਚੱਲਦਾ ਆ, ਇਸੇ ਤਰ੍ਹਾਂ ਕਈ ਭੈਣ ਭਰਾ ਆ ਜਿਹੜੇ ਉਹਨੂੰ ਸਪੋਰਟ ਕਰਦੇ ਆ, ਔਰ ਇਸ ਕਿਰਾਏ ਦੇ ਨਾਲ ਜਿਹੜਾ ਅੱਧਾ ਕਿਰਾਇਆ ਆਉਂਦਾ, ਉਹਦੇ ਵਿੱਚੋਂ ਪਰਮੇਸ਼ਵਰ ਦਾ ਕੰਮ ਚੱਲਦਾ ਹੈ। ਔਰ ਅੱਧਾ ਸਾਡੇ ਪਰਿਵਾਰ ਦੇ ਲਈ, ਸਾਡੀ ਰੋਜ਼ੀ ਰੋਟੀ ਲਈ, ਸਾਡੀ ਸੰਭਾਲ ਦੇ ਲਈ, ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ। ਔਰ ਪਰਮੇਸ਼ਵਰ ਨੇ ਵੱਡਾ ਇੰਤਜ਼ਾਮ ਕੀਤਾ ਪੂਰੀ ਉਮਰ ਲਈ। ਔਰ ਅਸੀਂ ਕਿਸ ਤਰ੍ਹਾਂ ਨਾਲ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਹੋ ਕੇ ਚੱਲੀਏ, ਕਿਸ ਤਰ੍ਹਾਂ ਨਾਲ ਫਿਰ ਅਸੀਂ ਪਰਮੇਸ਼ਵਰ ਦੀ ਗੱਲ ਸੁਣੀਏ। ਪਰਮੇਸ਼ਵਰ ਪਰਖਦਾ ਹੈ, ਜਿਸ ਤਰ੍ਹਾਂ ਭਾਈ ਅਮਨ ਨੇ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਜੇ ਅਸੀਂ ਥੋੜੇ 'ਚ ਵਫਾਦਾਰ ਹਾਂ ਤੇ ਪਰਮੇਸ਼ਵਰ ਸਾਨੂੰ ਕੀ ਕਰੇਗਾ? ਜ਼ਿਆਦਾ ਦੇਵੇਗਾ। ਸਹੀ ਹੈ ਕਿ ਨਹੀਂ ਸਹੀ ਹੈ? ਜੇ ਅਸੀਂ ਥੋੜੇ 'ਚ ਨਹੀਂ ਵਫਾਦਾਰ, ਜੇ ਅਸੀਂ ਉਹ ਥੋੜੇ 'ਚ ਵਫਾਦਾਰ ਨਾ ਹੁੰਦੇ, ਜਦੋਂ ਅਸੀਂ 7 ਜਣੇ ਸੀਗੇ ਸੇਵਾ ਦੇ ਵਿੱਚ, ਅੱਜ ਮੇਰੇ ਭੈਣੋ ਭਰਾਵੋ ਤੁਸੀਂ ਦੇਖੋ ਅੱਜ ਵਫਾਦਾਰੀ ਨਾਲ ਬੈਠੇ ਹੋ, ਤੁਸੀਂ ਵਫਾਦਾਰੀ ਨਾਲ ਬੈਠ ਕੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹੋ, ਇਕੱਠੇ ਹੋ ਕੇ, ਚਾਹੇ ਇੱਕ ਘਰ ਦੇ ਵਿੱਚ ਅੱਜ ਬੈਠੇ ਹੋ, ਚਾਹੇ ਸਕਾਈਪ ਦੇ ਉੱਤੇ ਬੈਠੇ ਹੋ, ਪਰ ਤੁਹਾਨੂੰ ਪਰਮੇਸ਼ਵਰ ਨੇ ਇੱਕ ਵੱਡੇ ਕੰਮ ਲਈ ਸਾਈਪਰਸ ਦੇ ਵਿੱਚ ਖੜਿਆ ਕੀਤਾ ਆ, ਵੱਡੇ ਕੰਮ ਦੇ ਲਈ। ਜਿਹਨਾਂ ਕੋਲ ਬਾਈਬਲ ਆ ਉਹ ਬਾਈਬਲ ਖੋਲੀਏ, ਪਹਿਲਾ ਸੈਮੂਅਲ ਔਰ ਉਹਦਾ 29 ਬਾਬ। ਔਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਅੱਜ ਪਰਮੇਸ਼ਵਰ ਇੱਕ ਇੱਕ ਜਣ ਨਾਲ ਗੱਲਬਾਤ ਕਰੇਗਾ, ਇੱਕ ਇੱਕ ਜਣ ਨੂੰ ਅੱਜ ਵੱਡੀ ਦਲੇਰੀ ਦਊਗਾ ਪਰਮੇਸ਼ਵਰ, ਇੱਕ ਇੱਕ ਜਣ ਨੂੰ ਆਪਣਾ ਤਾਜ਼ਾ ਮਸਾ ਔਰ ਤਾਜ਼ਾ ਅਭਿਸ਼ੇਕ ਦੇਗਾ ਪਰਮੇਸ਼ਵਰ। ਅੱਜ ਤੁਹਾਨੂੰ ਆਪਣੇ ਕੰਮਾਂ ਲਈ ਏਦਾਂ ਦਲੇਰ ਕਰਕੇ ਖੜਿਆ ਕਰੂਗਾ ਨਾ ਕਿ ਤੁਹਾਡੇ ਸਾਹਮਣੇ ਕੋਈ ਵੀ ਮੁਸ਼ਕਲ ਖੜੀ ਨਹੀਂ ਹੋ ਸਕਦੀ। ਆਊਗੀ ਤਾਂ ਸਹੀ ਮੁਸ਼ਕਲ, ਕਿਉਂਕਿ ਅਸੀਂ ਇਨਸਾਨ ਆ। ਜੇ ਜ਼ਿੰਦਗੀ ਆ, ਕੱਲ ਮੈਂ ਆਪਣੇ ਸਾਲੇ ਦੇ ਮੁੰਡੇ ਨੂੰ ਨਾ ਪਾਰਕ ਲੈ ਕੇ ਜਾਣਾ ਸੀਗਾ, ਮਾਈ ਬ੍ਰਦਰ ਇਨ ਲੋਜ਼ ਸਨ। ਤੇ ਹਮੇਸ਼ਾ ਕਈ ਵਾਰੀ ਆਪਾਂ ਆਪਣੇ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਉਹ ਇਹੀ ਕਹਿੰਦੇ ਆ, ਧਿਆਨ ਨਾਲ ਜਾਈਓ, ਸੱਟ ਨਾ ਲਵਾ ਲਿਓ। ਤੇ ਜੇ ਮੈਂ ਮਨ ਸੋਚਿਆ ਜੇ ਅਸੀਂ ਪਾਰਕ ਨਿਆਣੇ ਨੂੰ ਖਿਡਾਉਣ ਲਿਜਾਵਾਂਗੇ ਹੀ ਨਾ, ਠੀਕ ਆ, ਤੇ ਫਿਰ ਉਹ ਖੇਡੂਗਾ ਕਿੱਦਾਂ? ਤੇ ਜੇ ਲਿਜਾਵਾਂਗੇ ਤੇ ਵਾਜਬ ਆ ਕਿ ਸੱਟ ਪੇਟ ਚੋਟ ਲੱਗ ਸਕਦੀ ਆ ਕਿ ਨਹੀਂ, ਹਨਾ। ਅਸੀਂ ਚਾਹੁੰਦੇ ਕਿ ਸਾਡਾ ਬੱਚਾ ਕ੍ਰਿਕਟ ਖੇਡੇ, ਫੁੱਟਬਾਲ ਖੇਡੇ, ਕੁਛ ਵੀ ਖੇਡੇ, ਪਰ ਉਹ ਖੇਡ ਦੇ ਵਿੱਚ ਸੱਟ ਲੱਗਣੀ ਵਾਜਬ ਹੈਗੀ ਕਿ ਨਹੀਂ ਹੈਗੀ? ਕਦੀ ਤਾਂ ਕਦੀ ਲੱਗੂਗੀ ਸੱਟ, ਹਨਾ। ਯੂ ਮਾਈਟ ਗੈਟ ਹਰਟ ਐਨੀ ਟਾਈਮ ਫॉर ਐਨੀ ਰੀਜ਼ਨਸ, ਚਾਹੇ ਆਪ ਹੀ ਬੰਦਾ ਖੇਡਦਾ ਆਪ ਹੀ ਡਿੱਗ ਜਵੇ ਜਾਂ ਕਿਸੇ ਨੇ ਮਾਰਤੀ ਸੱਟ। ਇਸੇ ਤਰ੍ਹਾਂ ਮੇਰੇ ਭੈਣੋ ਭਰਾਵੋ ਸਾਡੀ ਜ਼ਿੰਦਗੀ ਪਰਮੇਸ਼ਵਰ ਨੇ ਦਿੱਤੀ ਆ, ਔਰ ਇਸ ਜ਼ਿੰਦਗੀ ਦੇ ਵਿੱਚ ਇਹ ਮੁਮਕਿਨ ਹੈ ਔਰ ਪੱਕਾ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ, ਪਰੇਸ਼ਾਨੀ, ਕਸ਼ਟ, ਖੁਸ਼ੀ, ਗਮੀ ਆਉਣੀ ਆ। ਕੋਈ ਇਨਸਾਨ ਨਹੀਂ ਕਹਿ ਸਕਦਾ, ਕੋਈ ਇਨਸਾਨ ਦੁੱਖ ਤੋਂ ਭੱਜ ਨਹੀਂ ਸਕਦਾ, ਕੋਈ ਇਨਸਾਨ ਸੁੱਖ ਤੋਂ ਭੱਜ ਨਹੀਂ ਸਕਦਾ। ਸਮਝ ਲੱਗੀ? ਉਹ ਪਰਮੇਸ਼ਵਰ ਦੇ ਟਾਈਮਿੰਗ ਦੇ ਨਾਲ, ਕਿਉਂਕਿ ਯਕੂਬ ਦੀ ਪੱਤਰੀ ਸਾਨੂੰ ਦੱਸਦੀ ਕਿ ਨਹੀਂ ਦੱਸਦੀ ਕਿ ਦੁੱਖ ਦਾ ਆਉਣਾ ਵੀ ਸਾਡੇ ਲਈ ਵੱਡੀ ਚੁਣੌਤੀ ਹੈ, ਸਾਡੇ ਲਈ ਵੱਡੀ ਬਰਕਤ ਦਾ ਕਾਰਨ ਹੈ। It brings patience, it brings perseverance in us. ਉਹ ਸਾਨੂੰ ਮਜ਼ਬੂਤ ਕਰਦੀ ਸਾਡੇ ਈਮਾਨ ਦੇ ਵਿੱਚ। ਸਾਡਾ ਦੁੱਖ ਉਦੋਂ ਹੀ ਤਾਂ ਪਤਾ ਲੱਗਣਾ, ਹਨਾ। ਸੁੱਖ ਦੇ ਵਿੱਚ ਤਾਂ ਹਰ ਭੈਣ ਭਰਾ ਖੜਾ ਹੁੰਦਾ, ਉਦੋਂ ਪਤਾ ਲੱਗਦਾ ਜਦੋਂ ਸਾਡੇ ਦੁੱਖ ਦੇ ਵਿੱਚ ਵੀ ਸਾਡਾ ਭੈਣ ਭਰਾ ਖੜਾ ਆ। ਤੇ ਇਦਾਂ ਹੀ ਪਰਮੇਸ਼ਵਰ ਆ, ਜੇ ਤਾਂ ਸਭ ਕੁਝ ਕਰੀ ਜਾਵੇ ਪਰਮੇਸ਼ਵਰ ਸਾਡਾ, ਠੀਕ ਹੈ ਜੀ, ਬੱਲੇ ਬੱਲੇ, ਸਾਡਾ ਪਰਮੇਸ਼ਵਰ ਬੜਾ ਮਹਾਨ ਹੈ। ਤੇ ਜਦੋਂ ਮਾੜਾ ਜਿਹਾ ਦੁੱਖ ਹੋਇਆ ਤੇ ਪ੍ਰਭੂ ਜੀ ਇਹ ਕੀ ਕਰ ਦਿੱਤਾ, ਪ੍ਰਭੂ ਜੀ ਇਹ ਕੀ ਹੋ ਗਿਆ? ਉਹ ਸਮਾਂ ਆ ਮੇਰੇ ਭੈਣੋ ਭਰਾਵੋ
जिस तरह साडे घर दा कष्ट आया, प्रभु जी साडा घर मोड़ गए, बैंक ने ले लेना, पर पूर्ण मन दे नाल असीं प्रार्थना कीती, पूर्ण मन दे नाल, और परमेश्वर ने वो बड़ा चमत्कार कीता। जे आपां बाइबल खोलांगे पहला सैमुअल और ओदा 29 बाप, पहला सैमुअल ओदा 29 बाप, पहला सैमुअल ते ओदे 29 बाप, मैं फटाफट पंजाबी दे विच पढ़ांगा, पर मैं एक वर्स ते जोर पाना चाहुंदा हां। वर्स 6 मैं इक्को ही आयत पढ़ूंगा, बाकी तुसीं पता की करियो, बाद च पढ़ लियो, ठीक है। वर्स 6 29 फर्स्ट सैमुअल चैप्टर 29 29 बाप पहला सैमुअल दा ते ओदी 6 आयत। तद आकीश ने दाऊद नूं सद के आख्या, जिउंदे यहोवा दी सौं, सचमुच तू सिद्धा ही है ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿਸਿਆ, ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈ, ਅੱਜ ਤੋੜੀ ਮੈਂ ਤੇਰੇ ਵਿੱਚ ਕੋਈ ਔਗਣ ਨਹੀਂ ਲੱਭਾ, ਪਰ ਸਰਦਾਰ ਤੇਰੇ ਉੱਤੇ ਰਾਜੀ ਨਹੀਂ, ਸੋ ਹੁਣ ਤੂੰ ਮੁੜ ਅਤੇ ਸੁੱਖ ਨਾਲ ਚਲਿਆ ਜਾ, ਜੋ ਫਿਲਿਸਤੀ ਸਰਦਾਰਾਂ ਨੂੰ ਗੁੱਸੇ ਨਾ ਕਰੇ। ਇਹ ਪੰਜਾਬੀ ਦੇ ਵਿੱਚ ਲਿਖਿਆ ਹੋਇਆ, ਆਖਰੀ ਐਤ ਜਿਹੜੀ ਲਿਖੀ ਆ ਉਹ ਕਹਿੰਦਾ ਵੀ ਸੁੱਖ ਨਾਲ ਆਪਣੇ ਘਰ ਨੂੰ ਚਲਿਆ ਜਾ, ਕਿ ਸਰਦਾਰਾਂ ਨੂੰ ਗੁੱਸੇ ਨਾ ਕਰੇ। ਇੱਥੇ ਗੁੱਸੇ ਨਾ ਕਰੇ ਲਿਖਿਆ ਹੋਇਆ। ਤੇ ਜਿਨ੍ਹਾਂ ਕੋਲ ਇੰਗਲਿਸ਼ ਦੀ ਬਾਈਬਲ ਆ ਉਹ ਮਾੜਾ ਜਿਹਾ ਇੰਗਲਿਸ਼ ਦਾ ਮਾੜਾ ਜਿਹਾ ਧਿਆਨ ਕਰ ਸਕਦੇ ਆ। ਇੰਗਲਿਸ਼ ਦੇ ਵਿੱਚ ਇਦਾਂ ਲਿਖਿਆ ਹੋਇਆ, then Achish called David and said to him, surely as the Lord lives, you have been upright, and your going out and your coming in with me in the army is good in my sight, for to this day I have not found evil in you since the day of your coming to me. Nevertheless, अंग्रेजी ਦਾ ਸ਼ਬਦ ਸੁਣਿਓ, nevertheless the Lords do not favor you। ਇੰਗਲਿਸ਼ ਦੇ ਵਿੱਚ ਲਿਖਿਆ ਹੈ ਵੀ ਜਿਹੜੇ ਇਹਦੇ ਸਰਦਾਰ ਆ, ਇਹ ਤੇਰੇ ਤੇ ਖੁਸ਼ ਨਹੀਂ, ਇਹਨਾਂ ਦਾ ਫੇਵਰ ਨਹੀਂਗਾ ਤੇਰੇ ਤੇ। the Lord does not favor you। ਸਿਰਫ ਇਹ ਐਤ ਤੁਸੀਂ ਯਾਦ ਰੱਖਣੀ ਆ, 29 ਬਾਪ ਪਹਿਲਾ ਸੈਮੂਅਲ ਉਹਦੀ 6 ਐਤ। ਹੁਣ ਤੁਸੀਂ ਹੈ ਨਾ ਬਾਅਦ ਦੇ ਵਿੱਚ ਆਪਣੇ ਆਪਣੇ ਪਰਿਵਾਰ ਨਾਲ ਬੈਠ ਕੇ ਇਹਦੀ ਅਗਲੀ ਸਟੋਰੀ ਪੜ੍ਹਨੀ ਆ, ਇਹਦੀ ਬਾਅਦ ਵਾਲੀ ਸਟੋਰੀ ਪੜ੍ਹਨੀ ਆ। ਇਹ ਤੁਹਾਡੇ ਲਈ ਹੋਮਵਰਕ ਆ ਤੇ ਤੁਸੀਂ ਇਹਦੇ ਵਿੱਚੋਂ ਬਹੁਤ ਵੱਡੀ ਬਰਕਤ ਪਾਓਗੇ। ਔਰ ਬਹੁਤਿਆਂ ਨੇ ਸ਼ਾਇਦ ਤੁਸੀਂ ਪੜ੍ਹਿਆ ਵੀ ਹੋਵੇ ਪਹਿਲਾਂ, ਪਰ ਜੋ ਆਤਮਾ ਤੁਹਾਡੇ ਨਾਲ ਮੇਰੇ ਨਾਲ ਅੱਜ ਗੱਲ ਕਰਨਾ ਚਾਹੁੰਦਾ ਹੈ, ਕਿਉਂਕਿ ਜਦੋਂ ਮੈਂ ਸਵੇਰੇ ਦੁਆ ਦੇ ਵਿੱਚ, ਸਵੇਰੇ ਇੱਕ ਜ਼ੂਮ ਮੀਟਿੰਗ ਸੀ, ਉਹਦੇ ਵਿੱਚ ਡਿਫਰੈਂਟ ਪਰਮੇਸ਼ਰ ਨੇ ਵਚਨ ਦਿੱਤਾ, ਉਹ ਡਿਫਰੈਂਟ ਵਚਨ ਸੀਗਾ, ਪਰ ਜੋ ਹੁਣ ਇਹ ਵਚਨ ਦਿੱਤਾ ਇਹ ਪਰਮੇਸ਼ਰ ਨੇ, ਜਦੋਂ ਮੀਟਿੰਗ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪ੍ਰਾਰਥਨਾ ਦੇ ਵਿੱਚ ਬੈਠਾ ਸੀਗਾ ਤੇ ਪਰਮੇਸ਼ਰ ਨੇ ਇਹ ਵਚਨ ਦਿੱਤਾ। ਤੁਸੀਂ ਸੁਣਿਆ ਇੱਥੇ ਕੀ ਕਿਹਾ, ਇੱਕ ਰਾਜਾ ਆ ਆਕੀਸ਼, ਔਰ ਦਾਊਦ ਉਹਦੇ ਕੋਲ ਗਿਆ, ਔਰ ਆਕੀਸ਼ ਜੋ ਆ ਉਹ ਫਿਲਿਸਤੀਨੀ ਆ। ਔਰ ਤੁਹਾਨੂੰ ਅੱਜ ਵੀ ਪਤਾ ਹੋਵੇਗਾ ਕਿ ਇਸਰਾਈਲ ਔਰ ਫਿਲਿਸਤੀਨ ਕਿੱਦਾਂ ਇੱਕ ਦੂਸਰੇ ਨਾਲ ਦੁਸ਼ਮਣੀ ਆ, ਅੱਜ ਵੀ ਦੁਸ਼ਮਣੀ ਆ ਔਰ ਉਦੋਂ ਵੀ ਦੁਸ਼ਮਣੀ ਸੀਗੀ। ਪਰ ਦਾਊਦ ਉਸ ਵੇਲੇ ਸੰਕਟ ਚੋਂ ਜਾ ਰਿਹਾ ਸੀਗਾ, ਬਹੁਤ ਵੱਡੇ ਸੰਕਟ ਚੋਂ, ਕਿਉਂਕਿ ਸਾਊਲ ਜਿਹੜਾ ਸੀਗਾ ਉਹਨੂੰ ਮਾਰਨਾ ਚਾਹੁੰਦਾ ਸੀ ਦਾਊਦ ਨੂੰ, ਔਰ ਦਾਊਦ ਲੁਕਿਆ ਫਿਰਦਾ ਸੀ। ਔਰ ਕਿਉਂਕਿ ਦਾਊਦ ਛੁਪਦਾ ਛੁਪਾਉਂਦਾ ਆਕੀਸ਼ ਦੇ ਕੋਲ ਚਲੇ ਗਿਆ, ਔਰ ਆਕੀਸ਼ ਨੇ ਉਹਨੂੰ ਆਪਣੇ ਕੋਲ ਰੱਖਿਆ। ਪਰ ਇੱਥੇ ਜਦੋਂ ਤੁਸੀਂ ਇਹ ਸਟੋਰੀ ਪੜੋਗੇ, ਇਹਦੇ ਵਿੱਚ ਫਿਲਿਸਤੀਨੀ ਜਿਹੜੇ ਉਹ ਇਸਰਾਈਲੀਆਂ ਦੇ ਨਾਲ ਹਮਲਾ ਕਰਨ ਲਈ ਜਾ ਰਹੇ ਸੀ, ਇਸਰਾਈਲੀਆਂ ਦੇ ਉੱਤੇ। ਔਰ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਦਾਊਦ ਔਰ ਇਹਦੇ ਨਾਲ ਦੇ ਸਾਥੀ ਜਿਹੜੀ ਇਬਰਾਨੀ ਆ, ਹੀਬਰੂ ਆ, ਇਸਰਾਈਲੀ ਆ, ਉਹ ਕਹਿੰਦੇ ਆਕੀਸ਼ ਇਹ ਕੱਲ ਹੀ ਤੇਰੇ ਦਲ ਦੇ ਵਿੱਚ ਆ। ਪਰਮੇਸ਼ਵਰ ਨੇ ਆਕੀਸ਼ ਦੇ ਜ਼ਰੀਏ, ਚਾਹੇ ਉਹ ਫਿਲਿਸਤੀਨੀ ਸੀਗਾ, ਪਰਮੇਸ਼ਵਰ ਨੇ ਦਾਊਦ ਨੂੰ ਕੀ ਰੱਖਿਆ, ਸੰਭਾਲ ਕੇ ਰੱਖਿਆ। ਮੇਰੇ ਭੈਣੋ ਭਰਾਵੋ, ਬਚਾ ਕੇ ਰੱਖਿਆ ਪਰਮੇਸ਼ਵਰ ਨੇ। ਅੱਜ ਜਦੋਂ ਅਸੀਂ ਔਰ ਤੁਸੀਂ ਵੀ, ਜਿੱਦਾਂ ਮੈਂ ਇੰਗਲੈਂਡ ਆਇਆ ਸੀ ਤੇ ਮੈਂ ਕੰਮ ਦੀ ਭਾਲ ਦੇ ਵਿੱਚ ਸੀਗਾ, ਤੇ ਵਿਸ਼ਵਾਸ ਕਰੋ ਜਦੋਂ ਮੇਰੀ ਪਹਿਲੀ ਇੰਟਰਵਿਊ ਸੀ 1998 ਦੇ ਵਿੱਚ, ਜਦੋਂ ਮੈਨੂੰ ਟੈਲੀਕਾਮ ਦੀ ਜੌਬ ਮਿਲੀ, ਤੇ ਜਦੋਂ ਮੈਂ ਇੱਕ ਹੋਟਲ ਦੇ ਵਿੱਚ ਮੇਰੀ ਇੰਟਰਵਿਊ ਸੀਗੀ, ਬਹੁਤ ਵੱਡਾ ਹੋਟਲ ਸੀਗਾ, ਔਰ ਉੱਥੇ ਉਹਨਾਂ ਨੇ 22 ਜਣੇ ਸੱਦੇ ਹੋਏ ਸੀ, 22 ਕੈਂਡੀਡੇਟ, 22 ਜਣੇ ਸੱਦੇ ਹੋਏ ਸੀ।
ਔਰ ਇੰਜੀਨੀਅਰ ਦੀ ਜੌਬ ਸੀ, ਕਿਉਂਕਿ ਮੇਰਾ ਬੈਕਗ੍ਰਾਉਂਡ ਜਿਹੜਾ ਕੰਪਿਊਟਰ ਇੰਜੀਨੀਅਰਿੰਗ ਦਾ ਆ। ਔਰ ਇੰਗਲੈਂਡ ਦੇ ਵਿੱਚ ਉਹ ਮੇਰੀ ਪਹਿਲੀ ਵੱਡੀ ਇੰਟਰਵਿਊ ਸੀਗੀ 1998 ਦੇ ਵਿੱਚ। ਔਰ ਜਦੋਂ ਮੈਂ ਹੋਟਲ ਦੇ ਵਿੱਚ ਗਿਆ ਤੇ ਉਹਨਾਂ 22 ਚੋਂ ਸਿਰਫ ਇੱਕ ਮੈਂ ਸੀਗਾ ਜਿਹੜਾ ਇੰਡੀਅਨ ਸੀ, ਤੇ ਇੱਕ ਦੋ ਕਾਲੇ ਸੀਗੇ ਔਰ ਬਾਕੀ ਸਾਰੇ ਗੋਰੇ ਸੀਗੇ। ਔਰ ਉਹ ਇੰਟਰਵਿਊ ਇਦਾਂ ਸੀ ਕਿ ਪੂਰਾ ਦਿਨ ਹੋਟਲ ਦੇ ਵਿੱਚ ਰਹਿਣਾ ਸੀ। ਬ੍ਰੇਕਫਾਸਟ ਤੋਂ ਲੈ ਕੇ ਅਸੀਂ 7 ਵਜੇ ਪਹੁੰਚ ਗਏ ਉੱਥੇ, 8 ਵਜੇ ਬ੍ਰੇਕਫਾਸਟ ਸੀਗਾ, ਬਾਅਦ ਵਿੱਚ ਐਕਟੀਵਿਟੀ ਸੀ, ਟੀਮ ਬਿਲਡਿੰਗ ਐਕਸਰਸਾਈਜ਼, ਪਰਸਨਲ ਇੰਟਰਵਿਊ ਸੀਗੀਆਂ, ਲੰਚ ਸੀਗਾ, ਡਿਨਰ ਤੱਕ ਅਸੀਂ ਉੱਥੇ ਕਰਨਾ ਸੀ ਅਫਸਰਾਂ ਦੇ ਨਾਲ, ਮੈਨੇਜਰਾਂ ਦੇ ਨਾਲ, ਡਾਇਰੈਕਟਰਾਂ ਦੇ ਨਾਲ। ਔਰ ਸਾਰਾ ਦਿਨ ਉੱਥੇ ਰਹਿਣਾ ਸੀਗਾ। ਔਰ ਵਿਸ਼ਵਾਸ ਕਰੋ ਕਿ ਦੂਜੇ ਦਿਨ ਜਿਹੜਾ ਉੱਥੇ ਦਾ ਮੈਨੇਜਰ ਸੀਗਾ, ਉਹਦੀ ਉੱਥੇ ਮੇਰੇ ਨਾਲ ਗੱਲਬਾਤ ਹੋਈ, ਔਰ ਉਹਦਾ ਪਰਮੇਸ਼ਵਰ ਨੇ ਉਹਦੇ ਜ਼ਰੀਏ ਮੇਰੀ ਜ਼ਿੰਦਗੀ ਦੇ ਵਿੱਚ ਫੇਵਰ ਦਿੱਤਾ। ਔਰ ਉਹਨਾਂ 22 ਚੋਂ ਅਸੀਂ 5 ਜਣੇ ਸੀ ਜਿਨ੍ਹਾਂ 'ਚ ਮੇਰਾ ਨੰਬਰ ਲੱਗਾ ਸੀਗਾ। ਪਰਮੇਸ਼ਵਰ ਦਾ ਇਹ ਫੇਵਰ ਸੀਗਾ। ਜਦੋਂ ਅਸੀਂ ਨਵੇਂ ਆਉਂਦੇ ਸਾਨੂੰ ਹੁੰਦਾ ਸਾਨੂੰ ਇੱਥੇ ਕੰਮ ਮਿਲ ਜਵੇ, ਉੱਥੇ ਕੰਮ ਮਿਲ ਜਵੇ। ਮੈਂ 95 ਚ ਆਇਆ ਸੀ ਤੇ 3 ਸਾਲ ਮੈਂ ਬੜਾ ਕੰਮ ਕੀਤਾ, ਇੱਧਰ ਉੱਧਰ ਹੋਰ 3 ਜਗ੍ਹਾ ਤੇ ਫਰਕ ਕੰਮ ਕੀਤਾ, ਪਰ ਇਹ ਮੇਰੀ ਅਸਲ ਜੌਬ ਸੀਗੀ ਜਿਹਦੇ ਲਈ ਮੈਂ ਪ੍ਰਾਰਥਨਾ ਕਰ ਰਿਹਾ ਸੀ। ਅੱਜ ਮੇਰੇ ਭੈਣੋ ਭਰਾਵੋ, ਤੁਸੀਂ ਫਾਰਮ ਦੇ ਵਿੱਚ ਕੰਮ ਕਰਦੇ ਹੋ, ਚਾਹੇ ਸ਼ਾਪ ਦੇ ਵਿੱਚ ਕੰਮ ਕਰਦੇ ਹੋ, ਮਨ ਨਹੀਂ ਛੱਡਣਾ ਕਦੀ, ਕਿਉਂਕਿ ਪਰਮੇਸ਼ਵਰ ਨੇ ਤੁਹਾਡੇ ਲਈ ਜਿਸ ਕੰਮ ਲਈ ਤੁਹਾਨੂੰ ਚੁਣਿਆ ਹੋਇਆ ਨਾ, ਹਾਲੇ ਉਹ ਸਮਾਂ ਆਉਣ ਵਾਲਾ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਜਿਸ ਮਕਸਦ ਲਈ ਤੁਹਾਨੂੰ ਸਾਈਪਰਸ ਭੇਜਿਆ ਪਰਮੇਸ਼ਵਰ ਨੇ, ਤੁਹਾਨੂੰ ਐਵੇਂ ਨਹੀਂ ਭੇਜਤਾ, ਮੈਨੂੰ ਐਵੇਂ ਨਹੀਂ ਭੇਜਿਆ ਇੰਗਲੈਂਡ ਪਰਮੇਸ਼ਵਰ ਨੇ। ਪਰਮੇਸ਼ਵਰ ਦੀ ਯੋਜਨਾ ਸੀ ਇੱਕ ਵੱਡਾ ਕੰਮ ਕਰਨ ਲਈ ਆਕਸਫੋਰਡ ਦੇ ਵਿੱਚ। ਮੇਰਾ ਐਵੇਂ ਨਹੀਂ ਵਿਆਹ ਕੀਤਾ ਕੈਥਰੀਨ ਨਾਲ, ਸਮਝ ਲੱਗੀ? ਤੁਸੀਂ ਵੀ ਐਵੇਂ ਨਹੀਂ ਆ ਗਏ ਸਾਈਪਰਸ। ਇਸ ਵੇਲੇ ਜਿਹੜਾ ਵਚਨ ਅੱਜ ਪੜਿਆ ਨਾ, ਇਹਨੂੰ ਧਿਆਨ ਨਾਲ ਪੜਿਓ ਅੱਜ ਆਪਣੇ ਪਰਿਵਾਰਾਂ ਦੇ ਵਿੱਚ, ਇਹਦੇ ਮੋਹਰੇ ਵੀ ਤੇ ਇਹਦੇ ਅੱਗੇ ਵੀ। 28 ਚੈਪਟਰ, 29 ਚੈਪਟਰ ਔਰ 30 ਚੈਪਟਰ, ਕਿ ਕਿਸ ਤਰ੍ਹਾਂ ਪਰਮੇਸ਼ਵਰ ਦਾ ਬੰਦਾ ਦਾਊਦ ਲੁਕਿਆ ਫਿਰਦਾ ਸੀ ਉਜਾੜ ਦੇ ਵਿੱਚ। ਉਹਨੂੰ ਕੁਛ ਨਹੀਂ ਸੀ ਪਤਾ ਵੀ ਮੇਰੇ ਨਾਲ ਕੀ ਹੋਣਾ ਕੀ ਨਹੀਂ ਹੋਣਾ। ਹਾਲਾਂਕਿ ਉਹਨੇ ਦੇਖ ਲਓ ਸਾਊਲ ਦੇ ਲਈ ਐਡੇ ਵੱਡੇ ਕੰਮ ਕੀਤੇ ਆ, ਹਨਾ, ਹਜ਼ਾਰਾਂ ਲੋਕਾਂ ਦੇ ਨਾਲ ਲੜਿਆ, ਪਰ ਇੱਥੇ ਕਿਉਂਕਿ ਸਾਊਲ ਉਹਨੂੰ ਮਾਰਨਾ ਚਾਹੁੰਦਾ ਸੀ ਔਰ ਲੁਕਿਆ ਫਿਰਦਾ। ਔਰ ਅਕੀਸ਼ ਜਿਹੜਾ ਖੁਦ ਫਲਿਸਤੀਨੀ ਸੀਗਾ, ਪਰਮੇਸ਼ਵਰ ਨੇ ਉਹਦੇ ਜ਼ਰੀਏ ਦਾਊਦ ਨੂੰ ਬਚਾਇਆ, ਉਹਦੇ ਜ਼ਰੀਏ ਸੰਭਾਲ ਕੇ ਰੱਖਿਆ ਦਾਊਦ ਨੂੰ। ਔਰ ਅੱਜ ਇੱਥੇ ਉਹ ਕਹਿ ਰਿਹਾ ਫਿਲਿਸਤੀਨੀ ਜਿਹੜੇ ਬਾਕੀ ਸਰਦਾਰ ਸੀਗੇ, ਉਹ ਉਹਨੂੰ ਦੇਖ ਕੇ ਔਖੇ ਹੋ ਗਏ, ਗੁੱਸੇ ਹੋ ਗਏ, ਨਾਰਾਜ਼ ਹੋ ਗਏ। ਉਹ ਕਹਿੰਦੇ ਇਹਨੂੰ ਭਾਈ, ਇਹਨੂੰ ਇੱਥੇ ਛੱਡਦਾ ਤੇ ਤੂੰ ਜਾ। ਏਦਾਂ ਹੁੰਦਾ ਨਾ ਕਦੀ ਕਦੀ ਕੰਮ ਤੇ। ਅੱਜ ਤੁਸੀਂ ਉੱਥੇ ਬੈਠੇ ਹੋ ਸਾਈਪਰਸ ਦੇ ਵਿੱਚ, ਜਾਂ ਜਿੱਥੇ ਕਿਤੇ ਵੀ ਬੈਠੇ ਹੋ, ਜਿਹੜੇ ਕਿਸੇ ਸ਼ਹਿਰ ਦੇ ਵਿੱਚ ਬੈਠੇ ਹੋ, ਤੁਹਾਡੇ ਕੰਮ ਦੇ ਉੱਤੇ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚ ਹੋ ਸਕਦਾ ਕਿ ਤੁਹਾਨੂੰ ਕਿਸੇ ਦਾ ਫੇਵਰ ਮਿਲਿਆ ਹੋਵੇ, ਕੋਈ ਚੰਗਾ ਇਨਸਾਨ ਹੋਵੇ ਪਰਮੇਸ਼ਰ ਵੱਲੋਂ, ਤੁਹਾਨੂੰ ਜੌਬ ਮਿਲੀ, ਕੰਮ ਮਿਲੀ, ਪਰ ਨਾਲ ਹੀ ਤੁਹਾਡੇ ਕੰਮ ਦੇ ਵਿੱਚ ਹੋ ਸਕਦਾ ਜਿਹੜਾ ਤੁਹਾਨੂੰ ਦੇਖ ਕੇ ਰਾਜੀ ਨਹੀਂਗਾ। ਉਹ ਕਹਿੰਦਾ ਭਾਈ ਇਹਨੂੰ ਕਦੇ ਹੀ ਏਦਾਂ ਕਰਤਾ, ਇਹਨੂੰ ਆਹ ਕੰਮ ਕਰ ਲਈ ਦਵਾਤਾ, ਏਦਾਂ ਕੱਲ ਹੀ ਹੋ ਗਿਆ, ਉਦਾਂ ਕੱਲ ਹੀ ਹੋ ਗਿਆ। ਤੇ ਮੇਰੇ ਭੈਣੋ ਭਰਾਵੋ, ਅੱਜ ਵਚਨ ਤੁਹਾਨੂੰ ਔਰ ਮੈਨੂੰ ਦਲੇਰ ਕਰ ਰਿਹਾ, ਸਿਖਾ ਰਿਹਾ ਕਿ ਘਬਰਾਉਣਾ ਨਹੀਂਗਾ, ਡਰਨਾ ਨਹੀਂਗਾ। ਇੱਥੇ ਬੇਸ਼ੱਕ ਜਿਹੜਾ ਆਕੀਸ਼ ਸੀਗਾ ਉਹ ਫਿਲਿਸਤੀਨੀ ਸੀਗਾ, ਪਰ ਪਰਮੇਸ਼ਵਰ ਨੇ ਉਹਨੂੰ ਦਾਊਦ ਲਈ, ਆਪਣੇ ਬੰਦੇ ਲਈ ਇਸਤੇਮਾਲ ਕੀਤਾ। ਔਰ ਦੂਜੇ ਲੋਕੀ ਉਹਦਾ ਵਿਰੋਧ ਕਰ ਰਹੇ ਆ, ਪਰ ਤੁਸੀਂ ਦੇਖੋਗੇ ਕਿ ਚੈਪਟਰ 30 ਦੇ ਵਿੱਚ, 31 ਦੇ ਵਿੱਚ ਜਾ ਕੇ ਅੱਗੇ ਕੀ ਹੋਇਆ। ਪਰਮੇਸ਼ਵਰ ਨੇ ਕਿੱਡੀ ਵੱਡੀ ਬਰਕਤ ਦਿੱਤੀ। ਔਰ ਤੁਸੀਂ ਜਾਣਦੇ ਹੋ ਕਿ ਦਾਊਦ ਉੱਥੇ ਘਬਰਾਇਆ ਨਹੀਂ। ਦਾਊਦ ਦੇ ਨਾਲ 30 ਬਾਪ ਦੇ ਵਿੱਚ ਬਹੁਤ ਵੱਡੀ ਸੰਕਟ ਆਇਆ। ਜ਼ਿਕਲਾਗ ਜਗ੍ਹਾ ਦੇ ਵਿੱਚ ਵੈਰੀਆਂ ਨੇ ਆ ਕੇ ਉਹ ਜਗ੍ਹਾ ਨੂੰ ਲੂ ਦਿੱਤਾ, ਔਰ ਉਹਦੇ ਦਾਊਦ ਦੇ ਬੀਵੀ ਬੱਚੇ ਨੂੰ ਔਰ ਉਹਦੇ ਜਿਹੜੇ ਸਾਥੀ ਸੀ ਉਹਨੂੰ ਸਾਰਿਆਂ ਨਾਲ ਲੈ ਗਏ। ਸਾਰਾ ਕੁਝ ਤਬਾਹ ਹੋ ਗਿਆ ਇੱਕ ਤਰ੍ਹਾਂ ਦਾਊਦ ਦੇ ਲਈ। ਉਹਨੂੰ ਕੋਈ ਫਿਊਚਰ ਨਹੀਂ ਨਜ਼ਰ ਆ ਰਿਹਾ ਸੀ, ਪਰ ਫਿਰ ਵੀ ਉਹਨੇ ਪਰਮੇਸ਼ਵਰ ਦੇ ਉੱਤੇ ਕੀ ਰੱਖਿਆ? ਭਰੋਸਾ ਰੱਖਿਆ। ਮੇਰੇ ਭੈਣੋ ਭਰਾਵੋ, ਜਦੋਂ ਅਸੀਂ 30 ਬਾਪ ਦੇ ਵਿੱਚ ਚੱਲਦੇ ਹਾਂ, ਅੱਜ ਉਹੀ ਭਰੋਸਾ ਔਰ ਉਹੀ ਯਕੀਨ ਪਰਮੇਸ਼ਵਰ ਸਾਡੇ ਤੋਂ ਚਾਹੁੰਦਾ ਹੈ। ਅੱਜ ਅਸੀਂ ਵੀ ਦਾਊਦ ਵਾਂਗੂ ਕਿਸੇ ਹੋਰ ਦੇਸ਼ ਦੇ ਵਿੱਚ ਵਸ ਰਹੇ ਹਾਂ ਜਿੱਥੇ ਪਰਮੇਸ਼ਵਰ ਸਾਨੂੰ ਲੈ ਕੇ ਆਇਆ। ਇਸ ਵੇਲੇ ਦਾਊਦ ਉੱਥੇ, ਇਸ ਚੈਪਟਰ ਦੇ ਵਿੱਚ ਜਿਹੜਾ ਵਚਨ ਆਪਾਂ ਪੜ੍ਹ ਰਹੇ ਹਾਂ, ਉੱਥੇ ਸੀ, ਫਿਲਿਸਤੀਨੀਆਂ ਦੇ ਨਾਲ ਸੀਗਾ, ਉੱਥੇ ਸੀਗਾ, ਔਰ ਉਹਨੂੰ ਲੜਨਾ ਪੈਣਾ ਸੀ ਇਸਰਾਇਲੀਆਂ ਦੇ ਨਾਲ, ਪਰ ਪਰਮੇਸ਼ਵਰ ਨੇ ਉੱਥੇ ਵੀ ਉਹਨੂੰ ਬਚਾ ਕੇ ਰੱਖਿਆ। ਸਰਦਾਰਾਂ ਦੇ ਜ਼ਰੀਏ ਹੀ ਸਹੀ, ਉਹਨੂੰ ਰੋਕ ਲਿਆ, ਉਹਨੂੰ ਆਪਣੇ ਭੈਣਾਂ ਭਰਾਵਾਂ ਨਾਲ ਲੜਨਾ ਨਹੀਂ ਪਿਆ, ਉਹਨੂੰ ਬਚਾ ਲਿਆ ਪਰਮੇਸ਼ਵਰ ਨੇ। ਕਿਉਂਕਿ ਇੱਕ ਦਿਨ ਉਹ ਨਾ, ਉਸੇ ਕੌਮ ਦਾ ਪਰਮੇਸ਼ਵਰ ਨੇ ਦਾਊਦ ਨੂੰ ਕੀ ਬਣਾਉਣਾ ਸੀ?
ਰਾਜਾ ਬਣਾਉਣਾ ਸੀ। ਬੋਲੋ ਹਾਲੇਲੂਇਆ, ਹਾਲੇਲੂਇਆ। ਸੋ ਅੱਜ ਤੁਹਾਨੂੰ ਤੁਹਾਡੇ ਵਿਸ਼ਵਾਸ ਦੇ ਜ਼ਰੀਏ ਜਾਂ ਕਿਉਂਕਿ ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲ ਰਹੇ ਹੋ, ਕੋਈ ਪਸੰਦ ਕਰਦਾ ਆ ਜਾਂ ਨਹੀਂ ਕਰਦਾ, ਚਾਹੇ ਉਹ ਕੰਮ ਤੇ ਆ, ਚਾਹੇ ਤੁਹਾਡੀ ਰਿਸ਼ਤੇਦਾਰੀ 'ਚ ਆ, ਅੱਜ ਵਚਨ ਤੁਹਾਨੂੰ ਕਹਿ ਰਿਹਾ, ਅੱਜ ਆਤਮਾ ਤੁਹਾਨੂੰ ਔਰ ਮੈਨੂੰ ਕਹਿ ਰਿਹਾ, ਮੇਰੇ ਭੈਣੋ ਭਰਾਵੋ, ਦਲੇਰੀ ਦੇ ਨਾਲ ਪਰਮੇਸ਼ਰ ਅੱਗੇ ਚੱਲਣਾ ਆ। ਹਾਲਾਤ ਚਾਹੇ ਜਿੱਦਾਂ ਦੇ ਮਰਜ਼ੀ ਹੋ ਜਾਣ, ਜਿੱਦਾਂ ਦੇ ਦਾਊਦ ਦੇ ਸੀਗੇ ਹਾਲਾਤ, ਮੇਰਾ ਖਿਆਲ ਮੈਂ ਆਪਣੇ ਆਪ ਨੂੰ ਉਸ ਜਗ੍ਹਾ ਤੇ ਪਲੇਸ ਕਰਾਂ, ਜੇ ਮੈਂ ਸੋਚਾਂ ਕਿ ਮੈਂ ਉਸ ਵੇਲੇ ਦਾਊਦ ਦੀ ਜਗ੍ਹਾ ਤੇ, ਮੈਂ ਤਾਂ ਬਹੁਤ ਸਾਰਾ ਡਿਪਰੈਸ ਹੋ ਜਾਣਾ ਸੀ, ਪਤਾ ਨਹੀਂ ਕੀ ਹੋਣਾ ਸੀਗਾ। ਕਿਉਂਕਿ ਐਡਾ ਵੱਡਾ ਸੰਕਟ, ਇੰਨੇ ਵੱਡੇ ਵੱਡੇ ਕੰਮ ਕਰਕੇ ਵੀ ਤੇ ਉਹ ਬੰਦਾ ਲੁਕਿਆ ਫਿਰ ਰਿਹਾ ਔਰ ਉਹਦੀ ਬੇਇੱਜ਼ਤੀ ਹੋ ਰਹੀ ਹੈ, ਹਨਾ। ਪਰ ਅੱਗੇ ਜਾ ਕੇ ਸਾਨੂੰ ਪਤਾ ਹੈ ਕਿ ਪਰਮੇਸ਼ਰ ਨੇ ਦਾਊਦ ਨੂੰ ਕਿੱਡੀ ਵੱਡੀ ਬਰਕਤ ਦਿੱਤੀ, ਕਿੱਡਾ ਉਹਨੂੰ ਚੁਣ ਕੇ ਖੜਿਆ ਕੀਤਾ ਪਰਮੇਸ਼ਰ ਨੇ ਇਸਰਾਇਲ ਕੌਮ ਦੇ ਉੱਤੇ, ਕਿੱਡਾ ਉਹਦਾ ਰਾਜ ਵਧਾਇਆ। ਔਰ ਪਰਮੇਸ਼ਰ ਦੇ ਲਈ ਉਹਨੇ ਕਿੰਨੇ ਸਾਰੇ ਜ਼ਬੂਰ ਲਿਖੇ। ਅੱਜ ਤੁਸੀਂ ਜ਼ਬੂਰ ਗਾ ਰਹੇ ਸੀਗੇ, ਇਹ ਦਾਊਦ ਦੇ ਲਿਖੇ ਹੋਏ ਜ਼ਬੂਰ। ਔਰ ਅੱਜ ਸਾਨੂੰ ਕਿੰਨੀ ਬਰਕਤ ਔਰ ਆਸ਼ੀਸ਼ ਮਿਲਦੀ ਆ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਜਿਸ ਤਰ੍ਹਾਂ ਦਾਊਦ ਨੂੰ ਸੰਭਾਲ ਕੇ ਰੱਖਿਆ, ਮੈਨੂੰ ਸੰਭਾਲ ਕੇ ਰੱਖਿਆ, ਉਹ ਤੁਹਾਨੂੰ ਵੀ ਸੰਭਾਲ ਕੇ ਰੱਖਦਾ ਆ। ਆਪਣੀਆਂ ਬਰਕਤਾਂ ਨੂੰ ਯਾਦ ਕਰੋ, ਆਪਣੀਆਂ ਆਸ਼ੀਸ਼ਾਂ ਨੂੰ ਯਾਦ ਕਰੋ। ਤੁਸੀਂ ਮੇਰੀ ਗਵਾਹੀ ਸੁਣੀ ਆ, ਮੋਰਗੇਜ ਦੀ ਗਵਾਹੀ ਸੁਣੀ ਆ, ਉਸ ਜਗ੍ਹਾ ਦੀ ਗਵਾਹੀ ਸੁਣੀ ਆ ਜਿੱਥੇ ਪਰਮੇਸ਼ਰ ਸਾਨੂੰ ਲੈ ਕੇ ਜਾਣਾ ਚਾਹੁੰਦਾ ਸੀ। ਅੱਜ ਜੋ ਜੋ ਦਰਸ਼ਨ ਪਰਮੇਸ਼ਰ ਤੁਹਾਨੂੰ ਦਿੰਦਾ ਆ, ਚਾਹੇ ਤੁਸੀਂ ਕੋਈ ਵੀ ਜਾਣੇ ਹੋ ਉੱਥੇ ਹੋ। ਮੈਨੂੰ ਸਕਰੀਨ ਤੇ ਨਜ਼ਰ ਆ ਰਹੇ ਸੀ ਸਹੋਤਸ, ਅਮਨ ਔਰ ਹੋਰ ਭੈਣ ਭਰਾ। ਅੱਜ ਤੁਹਾਡੀ ਇੱਕ ਇੱਕ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਇੱਕ ਯੋਜਨਾ ਰੱਖ ਛੱਡੀ ਆ, ਇੱਕ ਵੱਡੀ ਯੋਜਨਾ ਰੱਖ ਛੱਡੀ ਆ। ਮੈਂ ਬਾਈਬਲ ਚੋਂ ਜ਼ਿਆਦਾ ਨਹੀਂ ਪੜਾਉਂਗਾ, ਮੈਂ ਸਿਰਫ ਤੁਹਾਡੇ ਤੇ ਛੱਡ ਕੇ ਜਾ ਰਿਹਾ ਇਸ ਵੇਲੇ ਕਿ ਤੁਸੀਂ ਖੁਦ ਪੜਨਾ ਆ। ਹੁਣ ਪਹਿਲਾ ਸੈਮੂਅਲ ਉਹਦਾ 27 ਬਾਪ, ਸੌਰੀ ਉਹਦਾ 28 ਬਾਪ, ਉਹਦਾ 29 ਬਾਪ ਔਰ ਉਹਦਾ 30 ਬਾਪ। ਔਰ ਆਪਾਂ ਅੱਜ ਜਿਹੜਾ ਵਚਨ ਪੜਿਆ ਇਹ ਤੇ 29 ਬਾਪ ਚੋਂ ਪੜਿਆ ਹੈ, ਉਹਦੀ 6 ਵਰਸ ਪੜ੍ਹੀ ਆ, ਚੈਪਟਰ 29 ਉਹਦੀ 6 ਐਤ ਚੋਂ ਪੜਿਆ ਆਪਾਂ। ਔਰ ਇੰਗਲਿਸ਼ ਦੇ ਵਿੱਚ ਬੜਾ ਸੋਹਣਾ ਲਿਖਿਆ, ਨੈਵਰਦਲੈਸ ਦ ਲੋਰਡਸ ਡੂ ਨਾਟ ਫੇਵਰ ਯੂ। ਵੀ ਉਹਨਾਂ ਦਾ ਤੇਰੇ ਤੇ ਫੇਵਰ ਨਹੀਂਗਾ। ਸਾਨੂੰ ਕਿਸੇ ਦਾ ਫੇਵਰ ਨਹੀਂ ਚਾਹੀਦਾ ਭੈਣੋ ਭਰਾਵੋ। ਦਾ ਵੀ ਫੇਵਰ ਨਹੀਂ ਚਾਹੀਦਾ, ਹੋਰ ਕਿਹਦਾ ਫੇਵਰ ਚਾਹੀਦਾ? ਪਰਮੇਸ਼ਵਰ ਦਾ। ਬੋਲੋ ਹਾਲੇਲੂਇਆ। ਸੱਜਾ ਹੱਥ ਉਠਾ ਕੇ ਬੋਲ ਦਿਓ ਹਾਲੇਲੂਇਆ, ਹਾਲੇਲੂਇਆ। ਅੱਜ ਪਰਮੇਸ਼ਵਰ ਦਾ ਫੇਵਰ ਤੁਹਾਡੇ ਉੱਤੇ ਆ। ਯਾਦ ਕਰੋ ਕਿ ਤੁਹਾਨੂੰ ਕਿਸ ਤਰੀਕੇ ਨਾਲ ਪਰਮੇਸ਼ਰ ਨੇ ਲੈ ਕੇ ਆਂਦਾ ਸਾਈਪਰਸ। ਜੇ ਤੁਸੀਂ ਉਹਦੀ ਭਲਾਈਆਂ ਨੂੰ ਯਾਦ ਰੱਖੋਗੇ ਨਾ, ਇੰਨਾ ਹੀ ਯਾਦ ਰੱਖੋਗੇ ਕਿੱਦਾਂ ਤੁਸੀਂ ਆਏ ਆ, ਕਿੱਦਾਂ ਅੱਜ ਤੁਹਾਨੂੰ ਇਕੱਠੇ ਕੀਤਾ, ਕਿੱਦਾਂ ਤੁਹਾਨੂੰ ਪਾਸਟਰ ਜੌਨੀ ਦੇ ਨਾਲ ਮਿਲਾਇਆ, ਕਿੱਦਾਂ ਤੁਹਾਨੂੰ ਪਾਸਟਰ ਸਿਸਲ ਦੇ ਨਾਲ ਮਿਲਾਇਆ, ਉਹ ਇੱਕ ਇੱਕ ਦਿਨ ਯਾਦ ਕਰੋ। ਔਰ ਅੱਜ ਮੈਂ ਇੱਥੇ ਪਰਮੇਸ਼ਵਰ ਦਾ ਦਾਸ ਹੁੰਦਾ, ਇੱਥੇ ਤੁਹਾਨੂੰ ਅੱਜ ਕਹਿ ਰਿਹਾ ਆ ਕਿ ਤੁਸੀਂ ਇੱਥੇ ਹੀ ਨਹੀਂ ਬੈਠੇ ਰਹਿਣਾ। ਦਾਊਦ ਵਾਂਗੂ ਤੁਹਾਨੂੰ ਪਰਮੇਸ਼ਵਰ ਉਹ ਮੰਦਿਰ ਬਣਾਉਣ ਲਈ ਲੈ ਕੇ ਜਾ ਰਿਹਾ। ਬੋਲੋ ਹਾਲੇਲੂਇਆ। ਉਹ ਜਗ੍ਹਾ ਬਣਾਉਣ ਲਈ ਤੁਹਾਨੂੰ ਤਿਆਰ ਕਰ ਰਿਹਾ, ਇੱਕ ਵੱਡੀ ਕਲੀਸਿਆ ਬਣਾਉਣ ਲਈ ਤਿਆਰ ਕਰ ਰਿਹਾ। ਔਰ ਜਦ ਤੁਸੀਂ ਅੱਜ ਇਸ ਦਿਨ ਨੂੰ ਯਾਦ ਕਰੋਗੇ, ਅੱਜ 26 ਸਤੰਬਰ ਨੂੰ, ਅੱਜ ਇਸੇ ਸਮੇਂ, I claim it in the name of Jesus Christ, I prophesy in the name of Jesus Christ, ਮੈਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਲਈ, ਤੁਹਾਡੇ ਪਰਿਵਾਰਾਂ ਲਈ, ਤੁਹਾਡੇ ਬੱਚਿਆਂ ਲਈ ਇਹ ਕਲੇਮ ਕਰਦਾ ਆ ਕਿ ਤੁਸੀਂ ਉੱਥੇ ਇੱਕ ਵੱਡੀ ਕਲੀਸਿਆ ਬਣ ਕੇ, ਇੱਕ ਵੱਡੀ ਉੱਥੇ ਵੱਡੇ ਨੇਸ਼ਨ ਲਈ ਇੱਕ ਵੱਡੀ ਬਰਕਤ ਦਾ ਕਾਰਨ ਬਣੋਗੇ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਦਾਊਦ ਉੱਥੇ ਉਜਾੜ ਦੇ ਵਿੱਚ ਸੀ। ਅੱਜ ਸਾਨੂੰ ਸਾਡੇ ਜੀਵਨ ਦੇ ਵਿੱਚ ਕਈ ਵਾਰੀ ਲੱਗੇਗਾ ਕਿ ਯਾਰ ਸਾਨੂੰ ਤਾਂ ਕੋਈ ਪੁੱਛਦਾ ਗਿੱਛਦਾ ਹੀ ਨਹੀਂ, ਅਸੀਂ ਤਾਂ ਗਵਾਚੇ ਹੋਏ ਆ, ਸਾਨੂੰ ਤਾਂ ਜਗ੍ਹਾ ਹੀ ਨਹੀਂ ਮਿਲਦੀ, ਅਸੀਂ ਕਿੱਥੇ ਮਿਲ ਕੇ ਅਸੀਂ ਪਰਮੇਸ਼ਰ ਦੀ ਆਰਾਧਨਾ ਕਰੀਏ, ਪ੍ਰਾਰਥਨਾ ਕਰੀਏ। ਪਰ ਕੀ ਕੀਤਾ ਦਾਊਦ ਨੇ? ਉਸ ਮੰਦਿਰ ਨੂੰ ਬਣਾਇਆ। ਫਿਰ ਪਰਮੇਸ਼ਰ ਨੇ ਦਾਊਦ ਨੂੰ ਉਹ ਦਰਸ਼ਨ ਦਿੱਤਾ ਔਰ ਉਹਦੇ ਪੁੱਤਰ ਸੁਲੋਮਾਨ ਨੇ ਉਸ ਮੰਦਿਰ ਨੂੰ ਖੜਿਆ ਕੀਤਾ। ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਇਹ ਪਰਮੇਸ਼ਰ ਦੀ ਵੱਡੀ ਬਰਕਤ ਆ, ਅੱਜ ਇਹ ਪਰਮੇਸ਼ਰ ਦੀ ਵੱਡੀ ਬਰਕਤ ਆ। ਤੁਹਾਨੂੰ ਕੋਈ ਵੀ ਡਿਸਕਰੇਜ ਕਰਨ ਦੀ ਕੋਸ਼ਿਸ਼ ਕਰੇ, ਡਿਸਕਰੇਜ ਨਹੀਂ ਹੋਣਾ, ਹਨਾ। ਚਾਹੇ ਉਹ ਦਾਊਦ ਸੀ, ਚਾਹੇ ਉਹ ਯੂਸਫ ਸੀਗਾ, ਚਾਹੇ ਉਹ ਹੋਰ ਕੋਈ ਵੱਡਾ ਦਾਸ ਸੀ, ਦਾਨੀਅਲ ਸੀਗਾ। ਅੱਜ ਇੱਕ ਆਖਰੀ ਵਚਨ ਪੜਾਂਗੇ, ਉਹਦੇ ਨਾਲ ਫਿਰ ਸਮਾਪਤੀ ਕਰਾਂਗੇ। ਆਪਣੀ ਬਾਈਬਲ ਤੁਸੀਂ ਕੱਢ ਸਕਦੇ ਹੋ, ਯਹੋਨਾ ਰਸੂਲ ਦੀ ਅੰਜੀਲ, ਉਹਦਾ 7 ਬਾਪ,
यूहन्ना रसूल दी अंजील गॉस्पल ऑफ जॉन चैप्टर 7 वर्स 5 ਤੇ ਧਿਆਨ ਦੇਣਾ ਬਸ। ਸਿਰਫ ਆਪਾਂ ਦੋ ਹੀ ਵਰਸਾਂ ਪੜਾਈਆਂ ਅੱਜ, ਠੀਕ ਹੈ। ਪਹਿਲਾ ਸੈਮੂਅਲ ਉਹਦਾ 29 ਬਾਬ ਉਹਦੀ 6 ਐਤ। ਹੁਣ ਅਸੀਂ ਪੜਨਾ ਆ यूहन्ना रसूल दी अंजील ਉਹਦਾ 7 ਬਾਬ ਉਹਦੀ 5 ਐਤ, ਉਹਦੀ 5 ਐਤ। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ, यूहन्ना रसूल दी अंजील ਉਹਦਾ 7 ਬਾਬ ਉਹਦੀ 5 ਐਤ। ਉਹਦੇ ਭਰਾ ਵੀ ਉਸ ਉੱਤੇ ਨੇਚਾ ਨਹੀਂ ਸੀ ਕਰਦੇ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ, ਪਰ ਤੁਹਾਡਾ ਵੇਲਾ ਨਿਤ ਤਿਆਰ ਰਹਿੰਦਾ ਹੈ। ਮੈਂ 5 ਤੋਂ ਪੜਦਾ। I'll read it from verse 4 actually। ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ, ਜੇ ਉਹ ਉੱਗਾ ਹੋਣਾ ਚਾਹੁੰਦਾ ਹੋਵੇ। ਜੇ ਤੂੰ ਇਹ ਕੰਮ ਕਰਦਾ ਹੈ ਤਾਂ ਆਪ ਨੂੰ ਜਗਤ ਉੱਤੇ ਪ੍ਰਗਟ ਕਰ। ਉਹਦੇ ਭਰਾ ਵੀ ਉਸ ਉੱਤੇ ਨੇਚਾ ਨਹੀਂ ਸੀ ਕਰਦੇ। I'm going to read it again once again। ਮੈਂ ਫਿਰ ਦੁਬਾਰਾ ਪੜਦਾ ਹਾਂ ਪਹਿਲੀ ਐਤ ਤੋਂ। ਇਹਦੇ ਪਿੱਛੋਂ ਯਿਸੂ ਗਲੀਲ ਵਿੱਚ ਫਿਰਦਾ ਰਿਹਾ, ਕਿਉਂਕਿ ਉਹਨੇ ਯਹੂਦੀਆ ਵਿੱਚ ਫਿਰਨਾ ਨਾ ਚਾਹਿਆ। ਇਸ ਲਈ ਜੋ ਯਹੂਦੀ ਉਹਦੇ ਮਾਰ ਸੁੱਟਣ ਦੇ ਮਗਰ ਪਏ ਸਨ ਅਤੇ ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ, ਇਸ ਲਈ ਉਹਦੇ ਭਰਾਵਾਂ ਨੇ ਉਹਨੂੰ ਆਖਿਆ, ਇੱਥੋਂ ਤੁਰ ਕੇ ਯਹੂਦੀਆਂ ਵਿੱਚ ਜਾ, ਭਈ ਤੇਰੇ ਕੰਮਾਂ ਨੂੰ ਜੋ ਤੂੰ ਕਰਦਾ ਹੈ ਤੇਰੇ ਚੇਲੇ ਵੀ ਵੇਖਣ। ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ, ਜੇ ਉਹ ਉੱਗਾ ਹੋਣਾ ਚਾਹੁੰਦਾ ਹੋਵੇ। ਜੇ ਤੂੰ ਇਹ ਕੰਮ ਕਰਦਾ ਹੈ ਤਾਂ ਆਪਣੇ ਆਪ ਨੂੰ ਜਗਤ ਉੱਤੇ ਪ੍ਰਗਟ ਕਰ। ਉਹਦੇ ਭਰਾ ਵੀ ਉਸ ਉੱਤੇ ਨੇਚਾ ਨਹੀਂ ਸੀ ਕਰਦੇ। ਤਦ ਯਿਸੂ ਨੇ ਉਹਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ, ਪਰ ਤੁਹਾਡਾ ਵੇਲਾ ਨਿਤ ਤਿਆਰ ਰਹਿੰਦਾ ਹੈ। ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ, ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹਦੇ ਕੰਮ ਬੁਰੇ ਹਨ। ਆਮੇਨ। ਸੋ ਇਹ ਆਪਾਂ 7ਵਾਂ ਬਾਬ ਪੜਿਆ यूहन्ना रसूल दी अंजील, ਉਹਦਾ ਪਹਿਲੇ ਐਤ ਤੋਂ ਲੈ ਕੇ ਉਹਦੀਆਂ ਪਹਿਲੀਆਂ 7 ਐਤਾਂ ਤੱਕ ਆਪਾਂ ਪੜਿਆ ਆ। ਔਰ ਇਹਦੇ ਵਿੱਚ ਇਹੀ ਆ ਰਿਹਾ ਕਿ ਸਾਨੂੰ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਕਿਸ ਲਈ ਆਇਆ ਇਸ ਦੁਨੀਆ ਦੇ ਉੱਤੇ। ਉਹ ਪਰਮੇਸ਼ਵਰ ਦਾ ਪੁੱਤਰ ਸੀ। ਉਹ ਤੁਹਾਡੇ ਲਈ ਮੇਰੇ ਲਈ ਇਸ ਜਗਤ ਤੇ ਆਇਆ। ਉਹਨੇ ਬਹੁਤਿਆਂ ਨੂੰ ਚੰਗਿਆ ਕੀਤਾ, ਪਰ ਇੱਥੇ ਖੁਦ ਉਹਦੇ ਖੁਦ ਭਰਾ ਕਹਿ ਰਹੇ ਆ ਉਹ ਇੱਕ ਕੋਈ ਤਿਉਹਾਰ ਸੀਗਾ, ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਕਈ ਤਿਉਹਾਰ ਆਉਂਦੇ ਆ, ਜਾਂ ਕਹਿ ਲਓ ਕ੍ਰਿਸਮਸ ਦਾ, ਈਸਟਰ ਦਾ ਤਿਉਹਾਰ ਹੁੰਦਾ, ਏਦਾਂ ਹੀ ਯਹੂਦੀਆਂ ਦਾ ਉਹ ਇੱਥੇ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਡੇਰਿਆਂ ਦਾ ਤਿਉਹਾਰ ਸੀਗਾ, ਡੇਰਿਆਂ ਦਾ ਤਿਉਹਾਰ ਸੀਗਾ। ਔਰ ਉਹਦੇ ਚੇਲੇ, ਉਹਦੇ ਭਰਾ ਕਹਿ ਰਹੇ ਆ ਕਿ ਭਾਈ ਤੂੰ ਵੀ ਜਾ ਉੱਥੇ। ਔਰ ਇੰਗਲਿਸ਼ ਦੇ ਵਿੱਚ these things Jesus walked in Galilee, for he did not want to walk in Judea because the Jews sought to kill him. Now the Jews feast of tabernacles was at hand। ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ feast of tabernacles, ਡੇਰਿਆਂ ਦਾ ਤਿਉਹਾਰ। ਔਰ ਉੱਥੇ ਦੇਖੋ ਉਹਦੇ ਖੁਦ ਉਹਨਾਂ ਨੇ ਕੰਮ ਦੇਖੇ ਸੀ ਪ੍ਰਭੂ ਯਿਸੂ ਮਸੀਹ ਦੇ, ਜਿਸ ਤਰ੍ਹਾਂ ਦਾਊਦ ਨੇ ਵੱਡੇ ਵੱਡੇ ਕੰਮ ਕਰਤੇ, ਪਰ ਉਹ ਲੁਕਿਆ ਫਿਰਦਾ ਸੀ। ਇੱਥੇ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਖੁਦ ਨਹੀਂ ਜਾਣਾ ਚਾਹੁੰਦੇ, ਔਰ ਬਾਈਬਲ ਸਾਫ਼ ਦੱਸਦੀ ਆ for some reason he didn't want to go। ਪਰ ਉਹਦੇ ਭਰਾ ਕੀ ਕਹਿ ਰਹੇ ਆ, ਕਹਿੰਦੇ ਵੀ ਤੂੰ ਜਾ, ਤੂੰ ਏਡੇ ਵੱਡੇ ਵੱਡੇ ਕੰਮ ਕਰਦਾ, ਜਾ ਕੇ ਦਿਖਾ ਆਪਣੇ ਚੇਲਿਆਂ ਨੂੰ ਵੀ, ਦੁਨੀਆ ਨੂੰ ਵੀ ਜਾ ਕੇ ਦਿਖਾ ਵੀ ਤੂੰ ਕਿੱਡੇ ਕਿੱਡੇ ਕੰਮ ਕਰਦਾ ਆ। ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੇਰਾ ਵੇਲਾ ਹਜੇ ਨਹੀਂ ਆਇਆ, ਮੇਰਾ ਵੇਲਾ ਹਜੇ ਨਹੀਂ ਹੈ। ਕਹਿੰਦਾ ਤੁਹਾਡਾ ਵੇਲਾ ਦਾ ਨਿਤ ਤਿਆਰ ਰਹਿੰਦਾ ਆ। ਕਹਿੰਦਾ ਕਿਉਂਕਿ ਮੈਂ ਆਪਣੇ ਪਰਮੇਸ਼ਵਰ ਦੀ ਸਾਖੀ ਦਿੰਦਾ, ਇਸ ਲਈ ਜਗਤ ਮੇਰੇ ਨਾਲ ਕੀ ਕਰਦਾ ਆ, ਵੈਰ ਕਰਦਾ ਆ। ਅੱਜ ਤੁਹਾਡੇ ਚੋਂ ਕਿੰਨੇ ਜਣੇ ਹੋਣਗੇ, ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਕਬੂਲ ਕਰ ਲਿਆ। ਮੈਂ ਪੁੱਛਣਾ ਨਹੀਂ ਚਾਹੁੰਦਾ, ਪਰ ਤੁਹਾਨੂੰ ਪਤਾ ਸ਼ਾਇਦ ਤੁਹਾਡੇ ਰਿਸ਼ਤੇਦਾਰ ਤੁਹਾਡੇ ਨਾਲ ਵੈਰ ਕਰਦੇ ਹੋਣ। ਕਿਉਂ? ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਸ਼ੁਰੂ ਕੀਤਾ, ਤੁਸੀਂ ਪ੍ਰਭੂ ਯਿਸੂ ਮਸੀਹ ਜ਼ਿੰਦਾ ਪਰਮੇਸ਼ਵਰ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ। ਤੁਹਾਡੇ ਦੋਸਤ ਤੁਹਾਨੂੰ ਸ਼ਾਇਦ ਵੈਰ ਕਰਦੇ ਹੋਣ, ਯਾਰ ਇਹ ਕੀ ਕਰਨ ਲੱਗ ਪਿਆ, ਇਹ ਪ੍ਰਭੂ ਯਿਸੂ ਮਸੀਹ ਪਿੱਛੇ ਚੱਲਣ ਲੱਗ ਪਿਆ, ਹਨਾ। ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋਵੋ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗ ਪਿਆ। ਪ੍ਰਭੂ ਨੇ ਕਿਹਾ ਜਿਹੜਾ ਮੇਰੇ ਪਿੱਛੇ ਚੱਲੇਗਾ, ਕਿਉਂਕਿ ਜਗਤ ਮੇਰੇ ਨਾਲ ਵੈਰ ਕਰਦਾ, ਤੁਹਾਡੇ ਨਾਲ ਵੀ ਕਰੇਗਾ ਵੈਰ। ਸੋ ਆਪਣੀ ਵਿਰੋਧ ਦੀ ਹੋਣੀ ਲਾਜ਼ਮੀ ਆ।
ਔਰ ਜੇ ਨਹੀਂ ਹੋ ਰਹੀ ਮਤਲਬ ਵੀ ਆਪਾਂ ਪਰਮੇਸ਼ਰ ਦਾ ਕੰਮ ਕਿਤੇ ਨਾ ਕਿਤੇ ਸਹੀ ਢੰਗ ਨਾਲ ਕਰ ਨਹੀਂ ਰਹੇ। ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ, ਪਾਸਟਰ ਜੌਨੀ ਨੇ, ਕਿ ਸਿਸਟਰ ਨੀਨਾ ਕਮੀਨਾ ਦਾ ਨਾਮ ਲਿਆ ਸੀ ਵੀ ਉਹਨਾਂ ਨੇ ਇੰਤਜ਼ਾਮ ਕੀਤਾ ਸੀਗਾ, ਮੀਟਿੰਗ ਹੋਈ ਔਰ ਉੱਥੇ ਪੁਲਿਸ ਦੀ ਰੇਡ ਪੈ ਗਈ, ਹੈਨਾ। ਜਦ ਅਸੀਂ ਕਰਾਂਗੇ, ਜਿਸ ਤਰ੍ਹਾਂ ਮੈਂ ਉਦਾਹਰਨ ਦਿੱਤਾ ਸੀ ਕਿ ਜੇ ਅਸੀਂ ਖੇਡਾਂਗੇ ਹੀ ਨਾ ਜਾ ਕੇ ਤੇ ਫਿਰ ਇੰਜੋਏ ਕਿੱਦਾਂ ਕਰਾਂਗੇ? ਔਰ ਜੇ ਇੰਜੋਏ ਕਰਨ ਜਾਣਾ ਆ ਤੇ ਸਾਡੇ ਸੱਟ ਲੱਗਣੀ ਲਾਜ਼ਮੀ ਆ, ਸਾਡੇ ਸੱਟ ਲੱਗਣੀ ਲਾਜ਼ਮੀ ਆ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਦਾ ਕੰਮ ਦਲੇਰੀ ਨਾ ਕਰਨਾ ਹੈ ਨਾ ਤੇ ਸਾਡੀ ਵਿਰੋਧਤਾ ਹੋਣੀ ਲਾਜ਼ਮੀ ਆ, ਕਿਉਂਕਿ ਉਹ ਸਾਡੀ ਆਤਮਾ ਦੀ ਭਰਪੂਰੀ ਲਈ ਆ, ਸਾਨੂੰ ਹੋਰ ਦਲੇਰੀ ਮਿਲੇਗੀ। ਅੱਜ ਸਾਨੂੰ 21 ਸਾਲ ਹੋ ਜਾਣੇ ਆ ਇਸ ਸੇਵਾ ਦੇ ਵਿੱਚ, ਔਰ ਇਦਾਂ ਹੀ ਨਹੀਂ ਹੋਏ, ਨਿੱਕੀਆਂ ਗਵਾਈਆਂ ਦੇ ਨਾਲ, ਨਿੱਕੀਆਂ ਗਵਾਈਆਂ ਦੇ ਨਾਲ, ਹਨਾ। ਛੋਟੀ ਗਵਾਈ ਹੋਈ, ਵੱਡੀ ਗਵਾਈ ਹੋਈ, ਅੱਜ ਫਿਰ ਕਸ਼ਟ ਹੁੰਦਾ। ਹੁਣ ਤੁਸੀਂ ਯਕੀਨ ਕਰੋ, ਸਾਡੇ ਸਾਰੇ ਬੱਚੇ, ਚਾਰੇ ਦੇ ਚਾਰੇ ਬੱਚੇ, ਬੇਟਾ 19 ਸਾਲਾਂ ਦਾ ਆ, ਔਰ ਉਦੋਂ ਛੋਟੀ ਬੇਟੀ 21 ਦੀ, ਫਿਰ 23 ਦੀ, ਸਭ ਤੋਂ ਵੱਡੀ ਬੇਟੀ 25 ਸਾਲਾਂ ਦੀ ਜਿਹੜੀ ਡਾਕਟਰ ਬਣ ਗਈ, ਦੂਜੀ ਬੇਟੀ ਵਕੀਲ ਆ, ਤੀਜੀ ਬੇਟੀ ਬਿਜ਼ਨਸ ਕਰ ਰਹੀ, ਔਰ ਜੋਰਡਨ ਬਾਸਕਟਬਾਲ ਪਲੇਅਰ ਆ ਮੁੰਡਾ ਸਾਡਾ, ਹਨਾ। ਹੁਣ ਉਹਨਾਂ ਨੇ ਇੰਗਲੈਂਡ ਆਉਣਾ ਸੀ ਵਾਪਸ। ਸਾਡਾ ਘਰ ਜਿਹੜਾ ਪਰਮੇਸ਼ਵਰ ਨੇ ਜਿਹੜੀ ਸਾਡੀ ਮੋਰਗੇਜ ਲਾਈ, ਉਹ ਕਿਰਾਏ ਤੇ ਦਿੱਤਾ ਹੋਇਆ, ਉੱਥੇ ਅਸੀਂ ਜਾ ਕੇ ਰਹਿ ਨਹੀਂ ਸਕਦੇ। ਅਸੀਂ ਜਦੋਂ ਇੰਗਲੈਂਡ ਹੁਣ ਆਈਏ, ਅਸੀਂ ਆਪਣੇ ਮੰਮੀ, ਅੱਜ ਵੀ ਅਸੀਂ ਮੰਮੀ ਡੈਡੀ ਦੇ ਘਰੇ ਹੁਣ ਬੈਠਾ ਮੈਂ ਆਪਣੇ ਇੱਥੇ ਆਕਸਫੋਰਡ ਦੇ ਵਿੱਚ, ਠੀਕ ਹੈ। ਪਰ ਕਿਉਂਕਿ ਹੁਣ ਸਾਡੇ ਬੱਚੇ ਆ ਰਹੇ ਆ ਇੰਗਲੈਂਡ ਇਸ ਸਾਲ, ਸਾਨੂੰ ਘਰ ਆਪਣਾ ਅਲੱਗ ਲੋੜ ਸੀਗੀ, ਔਰ ਸਾਨੂੰ ਪੂਰਾ ਮਹੀਨਾ ਹੋ ਗਿਆ ਸੀ ਘਰ ਲੱਭਦਿਆਂ ਨੂੰ। ਮੈਂ ਪਾਸਟਰ ਜੌਨੀ ਨੂੰ ਵੀ ਦੱਸਿਆ ਸੀ ਇਸ ਬਾਰੇ, ਔਰ ਪਾਸਟਰ ਸਿਸਲ ਬਲਦੇਵ ਨੂੰ ਦੱਸਿਆ, ਮੈਂ ਪਾਸਟਰ ਜੀ ਦੁਆ ਕਰੋ, ਸਾਨੂੰ ਘਰ ਦੀ ਲੋੜ ਆ, ਸਾਨੂੰ ਕੋਈ ਘਰ ਨਹੀਂ, ਅਸੀਂ ਘਰ ਪਹਿਲਾਂ ਖਰੀਦਣਾ ਚਾਹੁੰਦੇ ਸੀ, ਪਰ ਕਿਉਂਕਿ ਹੁਣ ਥੋੜੀ ਮਾਰਕੀਟ ਅੱਗੇ ਲੱਗਦਾ ਹੈ ਵੀ ਉਹ ਕ੍ਰੈਸ਼ ਹੋਣਾ ਆ, ਤੇ ਪਰਮੇਸ਼ਰ ਨੇ ਸਾਨੂੰ ਘਰ ਲੈਣ ਤੋਂ ਰੋਕ ਦਿੱਤਾ। ਤੇ ਪਰ ਪਰਮੇਸ਼ਰ ਨੇ ਸਾਨੂੰ ਇਸੇ ਕੱਲ ਨੂੰ, ਮੇਰੇ ਭੈਣੋ ਭਰਾਵੋ, ਸਾਨੂੰ ਘਰ ਕਿਰਾਏ ਤੇ ਲੱਭਾ, ਔਰ ਬਹੁਤ ਵਧੀਆ ਘਰ, 4 ਬੈਡਰੂਮ ਹਾਊਸ, ਮੈਸਿਵ ਗਾਰਡਨ, ਮੈਸਿਵ ਰਿਸੈਪਸ਼ਨ ਰੂਮ। ਪਰਮੇਸ਼ਰ ਨੇ ਇੰਨਾ ਵਧੀਆ ਸਾਨੂੰ ਘਰ ਚੁਣ ਕੇ ਦਿੱਤਾ, ਬਹੁਤ ਘੱਟ ਕਿਰਾਏ ਤੇ, ਉਹ ਕਿਰਾਏ ਤੇ ਸਾਨੂੰ ਘਰ ਦਿੱਤਾ। 1 ਸਾਲ ਲਈ ਅਸੀਂ ਕਿਰਾਏ ਤੇ ਘਰ ਲੈਣਾ ਹੈ, ਬਾਅਦ ਚ ਪਰਮੇਸ਼ਰ ਨੇ ਕਿਹਾ ਤੁਹਾਡੇ ਬੱਚੇ ਆਪੇ ਹੀ, ਮੈਂ ਤੁਹਾਡੇ ਬੱਚਿਆਂ ਨੂੰ ਸੈਟਲ ਕਰੂੰਗਾ, ਕਿਉਂਕਿ ਪਰਮੇਸ਼ਰ ਨੇ ਪਤਾ ਨਹੀਂ ਬੱਚਿਆਂ ਨੂੰ ਕਿੱਦਾਂ ਦਾ ਦਰਸ਼ਨ ਦੇਣਾ। ਇਹ ਦਰਸ਼ਨ ਮੈਨੂੰ ਤੇ ਕੈਥੀ ਨੂੰ ਦਿੱਤਾ ਸੀ ਇੰਡੀਆ ਜਾਣ ਦਾ। ਅਸੀਂ ਅੱਜ ਵੀ, ਸਾਨੂੰ, ਕਿਉਂਕਿ ਸਾਡੇ ਪਰਿਵਾਰ ਲਈ ਵੀ ਸਾਡੀ ਜ਼ਿੰਮੇਵਾਰੀ ਆ, ਸਾਡੇ ਬੱਚਿਆਂ ਲਈ ਵੀ ਸਾਡੀ ਜ਼ਿੰਮੇਵਾਰੀ, ਭੈਣਾ ਭਰਾਵਾਂ ਲਈ ਸਾਡੀ ਜ਼ਿੰਮੇਵਾਰੀ ਆ। ਅੱਜ ਪਰਮੇਸ਼ਰ ਸਾਨੂੰ ਵਾਪਸ ਲੈ ਕੇ ਆਇਆ ਇੱਥੇ, ਆਪਣੇ ਬੱਚਿਆਂ ਨੂੰ ਇੱਥੇ ਸੈਟਲ ਕਰਨ ਲਈ, ਕਿਉਂਕਿ ਸਾਡਾ ਕੰਮ ਇੰਡੀਆ ਦੇ ਵਿੱਚ ਸਾਨੂੰ ਪਰਮੇਸ਼ਰ ਲੈ ਕੇ ਗਿਆ। ਇੱਥੇ ਵੀ ਇੰਗਲੈਂਡ ਦੇ ਵਿੱਚ ਵੀ, ਆਕਸਫੋਰਡ ਦੇ ਵਿੱਚ ਫਿਰ ਦੁਬਾਰਾ ਕੰਮ ਸ਼ੁਰੂ ਹੋ ਰਿਹਾ, ਔਰ ਪਰਮੇਸ਼ਰ ਨੇ ਸਾਨੂੰ ਦਰਸ਼ਨ ਦਿੱਤਾ, ਮੈਨੂੰ ਔਰ ਕੈਥੀ ਨੂੰ, ਕਿ ਹੁਣ ਮੈਂ, ਕਿਉਂਕਿ ਉਹ ਕੰਮ ਜਿਹੜਾ ਇੰਡੀਆ ਦੇ ਵਿੱਚ ਉਹ ਸੈਟਲ ਹੋ ਗਿਆ, ਉੱਥੇ ਸਟਾਫ ਆ, ਸਾਰਾ ਕੰਮ ਕਰਦਾ ਆ। ਸਾਨੂੰ ਹੁਣ 12 ਸਾਲ ਹੋ ਜਾਣੇ ਉੱਥੇ ਗਿਆ ਨੂੰ, ਸਾਰੀ ਤਿਆਰੀ ਕਰਕੇ ਸਾਨੂੰ ਪਰਮੇਸ਼ਰ ਨੇ ਉੱਥੇ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ, ਅੱਛੇ ਲੋਕ ਦਿੱਤੇ ਉੱਥੇ ਕੰਮ ਕਰਨ ਵਾਲੇ, ਇਮਾਨਦਾਰ ਲੋਕ ਦਿੱਤੇ ਜਿਹੜੇ ਉੱਥੇ ਸੇਵਾ ਸੰਭਾਲ ਰਹੇ ਆ। ਔਰ ਪਰਮੇਸ਼ਰ ਨੇ ਹੁਣ ਸਾਨੂੰ ਕਿਹਾ ਮੈਂ ਤੁਹਾਨੂੰ ਦੁਨੀਆ ਦੇ ਅੰਤ ਤੱਕ ਲੈ ਕੇ ਜਾਵਾਂਗੇ, ਕਿਉਂਕਿ ਪਰਮੇਸ਼ਰ ਆਲਰੇਡੀ ਸਾਨੂੰ, ਮੈਨੂੰ ਔਰ ਕੈਥੀ ਨੂੰ, ਪੂਰੇ ਅਮਰੀਕਾ ਦੇ ਵਿੱਚ, ਨਿਊਯਾਰਕ, ਕੈਲੀਫੋਰਨੀਆ ਔਰ ਫਿਲਾਡੈਲਫੀਆ, ਵਾਸ਼ਿੰਗਟਨ ਡੀਸੀ ਔਰ ਕੈਨੇਡਾ ਦੇ ਵਿੱਚ ਟੋਰਾਂਟੋ, ਵੈਂਕੂਵਰ, ਸਾਰੇ ਪਾਸੇ ਸਾਨੂੰ ਪਰਮੇਸ਼ਰ ਲੈ ਕੇ ਗਿਆ ਪਿਛਲੇ ਸਾਲਾਂ ਦੇ ਵਿੱਚ। ਔਰ ਕੰਮ ਦੇ ਨਾਲ ਮੈਂ ਵੀ ਪੂਰੇ ਯੂਰਪ ਦੇ ਵਿੱਚ ਘੁੰਮਿਆ ਹੋਇਆ ਆ। ਪਰਮੇਸ਼ਰ ਸਾਨੂੰ ਕਈ ਜਗ੍ਹਾ ਤੇ ਲੈ ਕੇ ਗਿਆ, ਪਰ ਉਹ ਫਰਕ ਤਰੀਕੇ ਨਾਲ ਲੈ ਗਿਆ। ਪਰ ਹੁਣ ਜਦੋਂ ਪਰਮੇਸ਼ਰ ਕਹਿੰਦਾ, ਉਹ ਮੈਂ ਤੁਹਾਨੂੰ ਕਹਿੰਦਾ, ਮੈਂ ਆਪਣੇ ਪ੍ਰਚਾਰ ਲਈ, ਆਪਣੇ ਕੰਮਾਂ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵਿੱਚ ਮੈਂ ਤੁਹਾਨੂੰ ਫਿਰ ਦੁਬਾਰਾ ਲੈ ਕੇ ਜਾਵਾਂਗਾ। ਬੋਲੋ ਹਾਲੇਲੂਇਆ, ਹਾਲੇਲੂਇਆ। ਸੋ ਇਹ ਵੱਡੀ ਗਵਾਹੀ ਆ ਕਿ ਪਰਮੇਸ਼ਰ ਨੇ ਸਾਨੂੰ ਇੱਕ ਘਰ ਦਿੱਤਾ, ਇਹ ਮਕਾਨ ਦਿੱਤਾ। ਅਗਲੀ ਵਾਰੀ ਜਦੋਂ ਵੀ ਮੈਂ ਤੁਹਾਡੇ ਨਾਲ ਜੁੜਿਆ, ਉਸ ਘਰ ਦੇ ਵਿੱਚ ਜੁੜਾਂਗਾ, ਰੱਬ ਨੇ ਚਾਹਿਆ ਤਾਂ ਉਸ ਘਰ ਦੇ ਵਿੱਚ ਆਪਾਂ, ਹੁਣ ਮੈਂ ਆਪਣੇ ਮੰਮੀ ਡੈਡੀ ਦੇ ਘਰੇ ਬੈਠਾ, ਤੇ ਅਗਲੀ ਵਾਰੀ ਜ਼ਰੂਰ ਜਿੱਥੇ ਸਾਨੂੰ ਪਰਮੇਸ਼ਰ ਨੇ, ਕੱਲ ਨੂੰ ਚਾਬੀ ਮਿਲਣੀ ਆ, ਕੱਲ ਨੂੰ ਅਸੀਂ ਸਮਾਨ ਸ਼ੁਰੂ ਕਰ ਦੇਣਾ, ਕਿਉਂਕਿ ਮੰਗਲਵਾਰ ਨੂੰ ਮੇਰੇ ਛੋਟਾ ਬੇਟੀ ਔਰ ਬੇਟਾ ਆ ਰਹੇ ਆ, ਜਾਰਡਨ ਔਰ ਮਨੀਸ਼ਾ, ਉਹ ਇੰਡੀਆ ਤੋਂ ਆ ਰਹੇ ਮੰਗਲਵਾਰ ਨੂੰ। ਫਿਰ ਉਹਨਾਂ ਨੇ ਸਿੱਧੇ ਉੱਥੇ 10 ਦਿਨ ਲਈ ਕੁਆਰੰਟਾਈਨ ਕਰਨਾ ਸਾਡੇ ਨਵੇਂ ਘਰ। ਸੋ ਇਸ ਲਈ ਮੇਰੇ ਭੈਣੋ ਭਰਾਵੋ, ਇਹ ਸਾਰੀਆਂ ਗਵਾਹੀਆਂ ਇਸ ਲਈ ਮੈਂ ਤੁਹਾਨੂੰ ਦੱਸੀਆਂ ਕਿ ਤੁਹਾਡਾ ਵਿਸ਼ਵਾਸ ਹੋਰ ਵਧੇ। ਹੋ ਸਕਦਾ ਅੱਜ ਤੁਸੀਂ ਕਿਸੇ ਗੱਲ ਲਈ ਪ੍ਰਾਰਥਨਾ ਕਰ ਰਹੇ ਹੋ, ਕਿਸੇ ਮੁਸ਼ਕਲ 'ਚ ਜਾ ਰਹੇ ਹੋ, ਕਿਸੇ ਪਰੇਸ਼ਾਨੀ 'ਚ ਪ੍ਰਾਰਥਨਾ ਕਰ ਰਹੇ ਹੋ, ਉਹ ਤੁਹਾਨੂੰ ਲੱਗਦਾ ਕਿ ਪਰਮੇਸ਼ਰ ਸੁਣ ਨਹੀਂ ਰਿਹਾ, ਪਰ ਨਹੀਂ, ਏਦਾਂ ਨਹੀਂ ਹੁੰਦੀ। ਇਮਾਨ ਦੇ ਨਾਲ, ਵਿਸ਼ਵਾਸ ਦੇ ਨਾਲ ਡਟੇ ਰਹੋ, ਲੱਗੇ ਰਹੋ। ਇੱਥੋਂ ਤੱਕ ਕਿ ਖੁਦ ਪ੍ਰਭੂ ਯਿਸੂ ਮਸੀਹ ਦੇ ਭਰਾਵਾਂ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ। ਯੂਹੰਨਾ ਦੀ ਇੰਜੀਲ ਦਾ 7 ਬਾਬ ਆਪਾਂ ਹੁਣੇ ਹੀ ਪੜਿਆ, ਉਹਦੇ ਭਰਾ ਨੂੰ ਇੱਕ ਤਰ੍ਹਾਂ ਤਾਨਾ ਮਾਰ ਰਹੇ ਆ, ਉਹ ਕਹਿੰਦੇ ਜਾ ਤੂੰ ਵੱਡੇ ਵੱਡੇ ਕੰਮ ਕਰਦਾ, ਜਾ ਕੇ ਕਹਿੰਦਾ ਉੱਥੇ ਜਾ ਮੇਲੇ ਤੇ, ਉੱਥੇ ਬੜੇ ਲੋਕੀ ਆਏ ਹੋਏ, ਉੱਥੇ ਜਾ ਕੇ ਦਿਖਾ ਤਾਂ ਕੰਮ ਆਪਣੇ, ਜਿਹੜੇ ਤੂੰ ਰੋਗੀਆਂ ਨੂੰ ਚੰਗੇ ਕਰਦਾ, ਬਿਮਾਰਾਂ ਨੂੰ ਚੰਗਿਆ ਕਰਦਾ, ਮੁਰਦਿਆਂ ਨੂੰ ਜਗਾਉਣਾ, ਅੰਨਿਆਂ ਨੂੰ ਅੱਖਾਂ ਦਿੰਦਾ, ਉੱਥੇ ਜਾ ਕੇ ਕਰ, ਕਿਉਂਕਿ ਤੂੰ, ਤੇਰੀ ਹੋਰ ਪਪੂਲੈਰਿਟੀ ਹੋਊਗੀ, ਤੈਨੂੰ ਹੋਰ ਲੋਕੀ ਜਾਣਨਗੇ। ਉਹ ਕਹਿੰਦਾ ਮੇਰਾ ਸਮਾਂ ਹਾਲੇ ਨਹੀਂ ਆਇਆ, ਤੁਹਾਡਾ ਆਇਆ ਹੋਇਆ, ਆਇਆ ਮੇਰੇ ਭੈਣੋ ਭਰਾਵੋ।
ਯਿਸੂ ਮਸੀਹ ਤੁਹਾਨੂੰ ਔਰ ਮੈਨੂੰ ਕਹਿ ਰਿਹਾ ਵੀ ਜੇ ਹਾਲੇ ਸਮਾਂ ਨਹੀਂ ਆਇਆ ਤੇ ਆਉਣ ਵਾਲਾ ਆ। ਤੁਹਾਡਾ ਸਮਾਂ ਵੀ ਜਿਸ ਮਕਸਦ ਲਈ ਪਰਮੇਸ਼ਰ ਨੇ ਤੁਹਾਨੂੰ ਭੇਜਿਆ ਆ, ਜਿਸ ਜਗ੍ਹਾ ਤੇ ਤੁਹਾਨੂੰ ਭੇਜਿਆ ਆ, ਉਹ ਸਮਾਂ ਆਉਣ ਵਾਲਾ ਆ। ਤਿਆਰ ਹੋ ਜਾਓ ਬਸ ਆਪਣੀਆਂ ਵੱਡੀਆਂ ਬਰਕਤਾਂ ਲਈ, ਆਪਣੀ ਸੇਵਾ ਲਈ। ਜੋ ਪਰਮੇਸ਼ਰ ਨੇ ਤੁਹਾਨੂੰ ਸੇਵਾ ਦਿੱਤੀ ਆ, ਜੋ ਪਰਮੇਸ਼ਰ ਨੇ ਤੁਹਾਨੂੰ ਜਿਸ ਕੰਮ ਲਈ ਲੈ ਕੇ ਆਇਆ, ਉਹ ਸਿਰਫ ਇਹ ਕੰਮ ਲਈ ਨਹੀਂ ਲੈ ਕੇ ਆਇਆ ਵੀ ਹਾਂ ਵੀ ਫਾਰਮ ਹਾਊਸ 'ਚ ਮੈਂ ਚਿਕਨਾ ਸੰਭਾਲਦਾ ਆ, ਹਾਂ ਵੀ ਮੈਂ ਟਮਾਟਰ ਕੱਟਦਾ, ਹਾਂ ਵੀ ਮੈਂ ਇਸ ਸ਼ੌਪ ਤੇ ਜਾਣਾ ਆ, ਹਾਂ ਵੀ ਮੈਂ ਇਸ ਦਫ਼ਤਰ ਤੇ ਜਾਣਾ ਆ ਜਿੱਦਾਂ ਮੇਰੇ ਨਾਲ ਸੀ। ਉਹ ਕੱਲਾ ਇਹ ਕੰਮ ਨਹੀਂ, ਨਾਲ ਨਾਲ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਕੰਮਾਂ ਦੇ ਲਈ, ਆਪਣੀ ਆਰਾਧਨਾ ਦੇ ਲਈ, ਆਪਣੇ ਵਚਨਾਂ ਦੇ ਲਈ, ਦੂਜਿਆਂ ਨੂੰ ਗਵਾਹੀ ਦੇਣ ਦੇ ਲਈ ਤੁਹਾਨੂੰ ਪਰਮੇਸ਼ਵਰ ਨੇ ਉਸ ਜਗ੍ਹਾ ਤੇ ਖੜਾ ਕੀਤਾ ਆ। ਹਾਲੇਲੂਇਆ। ਐਵੇਂ ਨਹੀਂ ਤੁਹਾਨੂੰ ਪਾਸਟਰ ਜੌਨੀ ਨੂੰ ਮਿਲਾਇਆ। ਸੋ ਇਸ ਲਈ ਆਪਣੇ ਦਾਸ ਨਾਲ ਮਿਲ ਕੇ, ਪਾਸਟਰ ਜੌਨੀ ਨਾਲ, ਪਾਸਟਰ ਸਿਸਿਲ ਬਲਦੇਵ ਦੇ ਨਾਲ, ਮੈਨੂੰ ਵੀ ਜਦੋਂ ਸਮਾਂ ਮਿਲੂਗਾ ਆਈ ਵਿਲ ਬੀ ਹੈਪੀ ਟੂ ਜੁਆਇਨ ਯੂ ਗਾਇਜ਼। ਤੇ ਮੈਂ ਅੱਜ ਇਹ ਪ੍ਰਾਰਥਨਾ ਕਰਦਾ ਕਿ ਇੱਕ ਦਿਨ ਮੈਂ ਜ਼ਰੂਰ ਤੁਹਾਨੂੰ ਸਾਈਪਰਸ ਦੇ ਵਿੱਚ ਵੀ ਆਣ ਕੇ ਜ਼ਰੂਰ ਮਿਲਾਂਗਾ। ਬੋਲੋ ਹਾਲੇਲੂਇਆ, ਹਾਲੇਲੂਇਆ। ਜਦੋਂ ਵੀ ਪਰਮੇਸ਼ਰ ਦੀ ਮਰਜ਼ੀ ਹੋਈ, I will like and I will love to come and see you guys and I will love to come online again whenever it's God's will। ਮੈਂ ਜਿਸ ਤਰ੍ਹਾਂ ਕਿਹਾ ਵੀ ਆਪਣੇ ਨਵੇਂ ਘਰ ਤੋਂ ਤੁਹਾਡੇ ਨਾਲ ਜੁੜਾਂਗਾ। ਸੋ ਥੈਂਕ ਯੂ and God bless you। ਅੱਜ ਤੁਹਾਡੇ ਲਈ ਹੋਮਵਰਕ ਹੈ, ਯਾਦ ਰੱਖੋ ਪਹਿਲਾ ਸੈਮੂਅਲ ਉਹਦਾ 28, 29 ਤੇ 30 ਬਾਪ ਔਰ ਯਹੂਨਾ ਰਸੂਲ ਦੀ ਇੰਜੀਲ ਉਹਦਾ 7 ਬਾਪ। ਇਹ ਜ਼ਰੂਰ ਪੜ੍ਹਿਓ, ਤੁਹਾਨੂੰ ਯਾਦ ਰਹੇਗਾ ਕਿ ਦਾਊਦ ਕਿਸ ਸਮੇਂ ਤੋਂ ਲੰਘ ਰਿਹਾ ਸੀ। ਸੋ ਜੋ ਅੱਜ ਤੁਹਾਡੇ ਤੇ ਵੀ ਕੋਈ ਪਰੇਸ਼ਾਨੀ, ਕੋਈ ਮੁਸ਼ਕਲ ਰਹਿ ਨਹੀਂ ਸਕਦੀ ਮੇਰੇ ਭੈਣ ਭਰਾਵੋ, ਉਹ ਸਾਡੀ ਮਜ਼ਬੂਤੀ ਲਈ ਆਉਂਦੀ ਆ, ਉਹ ਸਾਡੀ ਉન્નਤੀ ਲਈ, ਸਾਡੀ ਤਰੱਕੀ ਲਈ ਆਉਂਦੀ ਆ, ਦੂਜਿਆਂ ਦੇ ਸਾਹਮਣੇ ਇੱਕ ਵੱਡੀ ਗਵਾਹੀ ਪੈਦਾ ਕਰਨ ਲਈ ਆਉਂਦੀ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਆਈਏ ਆਪਣੇ ਸਭ ਸਿਰਾਂ ਨੂੰ ਝੁਕਾਵਾਂਗੇ, ਅਸੀਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। Thank you, Lord Jesus. Thank you, Lord Jesus. Thank you, Lord Jesus. I spread my hand as you have asked me, Father, Lord, and I bless this church, oh Lord Jesus. I bless your servants, oh Lord Jesus, Pastor Johnny and Pastor Cecil Baldev, Lord Jesus. I ask for blessings over them and all this congregation, our brothers and sisters. ਪ੍ਰਭੂ ਜੀ ਆਪਣੇ ਸਾਰੇ ਭੈਣਾਂ ਭਰਾਵਾਂ ਦੇ ਉੱਤੇ ਪ੍ਰਭੂ ਜੀ ਮੈਂ ਵੱਡੀ ਆਸ਼ੀਸ਼ ਔਰ ਬਰਕਤ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੰਗ ਲੈਣਾ ਪ੍ਰਭੂ ਜੀ। ਜਿਸ ਤਰ੍ਹਾਂ ਤੁਸੀਂ ਪ੍ਰਭੂ ਜੀ ਦਾਊਦ ਨੂੰ ਪ੍ਰਭੂ ਜੀ ਖੜਿਆ ਕੀਤਾ ਪ੍ਰਭੂ ਜੀ, ਉਹ ਡਰਿਆ ਨਹੀਂ, ਘਬਰਾਇਆ ਨਹੀਂ ਪ੍ਰਭੂ ਜੀ, ਉਹਦਾ ਧਿਆਨ ਤੁਹਾਡੇ ਉੱਤੇ ਰਿਹਾ ਪ੍ਰਭੂ ਜੀ, ਉਹਦਾ ਤੁਹਾਡਾ ਫੇਵਰ ਉਹਦੇ ਉੱਤੇ ਸੀ, ਉਹਨੂੰ ਹੋਰ ਕਿਸੇ ਫੇਵਰ ਦੀ ਲੋੜ ਨਹੀਂ ਸੀ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਜੀ ਤੁਹਾਡੇ ਭਾਵਾਂ ਪ੍ਰਭੂ ਜੀ ਤੁਹਾਡੇ ਭਰਾ ਤੁਹਾਨੂੰ ਇਸ ਜਗਤ ਤੇ ਰਹਿੰਦੇ ਹੋਏ ਪ੍ਰਭੂ ਜੀ ਤਾਨੇ ਮਾਰਦੇ ਰਹੇ, ਉਹ ਵੀ ਵਿਸ਼ਵਾਸ ਨਹੀਂ ਸੀ ਕਰਦੇ। ਤੁਹਾਡੀ ਬਾਣੀ ਨੇ ਸਾਨੂੰ ਹੁਣੇ ਯਾਦ ਕਰਾਇਆ ਕਿ ਉਹ ਖੁਦ ਵਿਸ਼ਵਾਸ ਨਹੀਂ ਸੀ ਕਰਦੇ ਪ੍ਰਭੂ ਜੀ, ਪਰ ਪ੍ਰਭੂ ਜੀ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਇਸ ਵੇਲੇ ਜਿੰਨੇ ਜਾਣੇ ਆ ਪ੍ਰਭੂ ਜੀ, ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰਨ ਕਾਰਨ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਆ ਪ੍ਰਭੂ ਜੀ। ਔਰ ਸਾਡਾ ਵਿਸ਼ਵਾਸ ਹੈ ਪ੍ਰਭੂ ਜੀ, ਤੁਹਾਡੀ ਬਾਣੀ ਯਾਦ ਕਰਾਉਂਦੀ ਹੈ ਕਿ ਜਿੱਥੇ ਤੁਹਾਡੇ ਨਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਆ ਪ੍ਰਭੂ ਜੀ, ਤੁਸੀਂ ਉਹਨਾਂ ਦੇ ਵਿਚਕਾਰ ਹੁੰਦੇ ਹੋ, ਤੁਹਾਡਾ ਆਤਮਾ ਸਾਡੇ ਵਿਚਕਾਰ ਆ ਪ੍ਰਭੂ ਜੀ। ਇੱਕ ਇੱਕ ਜਣ ਨੂੰ ਇਸ ਵੇਲੇ ਛੂਹ ਲਓ ਪ੍ਰਭੂ ਜੀ, ਔਰ ਪ੍ਰਭੂ ਜੀ ਆਪਣੀ ਪ੍ਰਭੂ ਜੀ ਚੰਗਿਆਈ ਔਰ ਸ਼ਿਫਾ ਦਿਓ। ਜੇ ਇਸ ਵੇਲੇ ਕੋਈ ਬਿਮਾਰ ਆ ਪ੍ਰਭੂ ਜੀ, ਉਹਦੀ ਜ਼ਿੰਦਗੀ ਦੇ ਵਿੱਚ ਵੱਡੀ ਗਵਾਹੀ ਪੈਦਾ ਕਰੋ। ਆਈ ਕਮਾਂਡ ਇਨ ਦ ਨੇਮ ਆਫ ਜੀਸਸ ਕ੍ਰਾਈਸਟ ਦੈਟ ਸਿਕਨੈਸ to leave right now in the mighty name of Jesus Christ, oh Lord Father God. I command ਜੇ ਇਸ ਵੇਲੇ ਕੋਈ ਕਮਜ਼ੋਰੀ ਦੀ ਹਾਲਤ ਦੇ ਵਿੱਚ ਆ ਪ੍ਰਭੂ ਜੀ, I command it in the name of Jesus Christ। ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਮੈਂ ਹੁਕਮ ਦਿੰਦਾ, ਹਰ ਕਮੀ ਕਮਜ਼ੋਰੀ ਛੱਡ ਕੇ ਦੂਰ ਹੋ ਜਾਏ ਪ੍ਰਭੂ ਜੀ। ਜੇ ਕੋਈ ਮਨ ਉਦਾਸ ਆ ਤੇ ਪ੍ਰਭੂ ਜੀ, ਜੇ ਕੋਈ ਦਿਲ ਪ੍ਰਭੂ ਜੀ ਅੱਜ ਦੁੱਖ ਦੇ ਵਿੱਚ, ਗਮੀ ਦੇ ਵਿੱਚ ਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਦੀ ਗਮੀ ਨੂੰ, ਉਹਦੀ ਉਦਾਸੀ ਨੂੰ ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ ਬਦਲ ਦਿਓ ਪ੍ਰਭੂ ਜੀ। ਔਰ ਪ੍ਰਭੂ ਜੀ ਆਪਣੀ ਦਲੇਰੀ ਨਾ ਭਰ ਦਿਓ ਪ੍ਰਭੂ ਜੀ, ਆਪਣੇ ਵਿਸ਼ਵਾਸ ਦੀ ਮਜ਼ਬੂਤੀ ਦਿਓ ਪ੍ਰਭੂ ਜੀ। ਕਿਰਪਾ ਕਰੋ, ਦਇਆ ਕਰੋ ਪ੍ਰਭੂ ਜੀ, ਆਪਣੀ ਸਮਰਥ ਨਾਲ ਛੂਹ ਕੇ ਪ੍ਰਭੂ ਜੀ ਆਨੰਦ ਨਾਲ, ਖੁਸ਼ੀ ਨਾਲ ਭਰ ਦਿਓ ਪ੍ਰਭੂ ਜੀ। ਦੁੱਗਣੇ ਅਭਿਸ਼ੇਕ, ਤਾਜ਼ਾ ਮਸਾ ਨਾਲ ਭਰ ਦਿਓ ਪ੍ਰਭੂ ਜੀ, ਤਾਂ ਜੋ ਤੁਹਾਡੇ ਲੋਕਾਂ ਦੀ ਪ੍ਰਭੂ ਜੀ ਕੰਮਾਂ ਕਾਰਾਂ ਦੇ ਵਿੱਚ ਉન્નਤੀ ਔਰ ਤਰੱਕੀ ਹੋਵੇ ਪ੍ਰਭੂ ਜੀ। ਇਹਨਾਂ ਦੇ ਜੀਵਨਾਂ ਦੇ ਵਿੱਚ ਤੁਹਾਡਾ ਆਨੰਦ ਬਣਿਆ ਰਵੇ, ਇਹਨਾਂ ਦੇ ਜੀਵਨਾਂ ਦੇ ਵਿੱਚ ਤੁਹਾਡਾ ਆਤਮਾ ਬਣਿਆ ਰਵੇ, ਇਹਨਾਂ ਦੇ ਘਰ ਦੇ ਵਿੱਚ ਤੁਹਾਡੀ ਖੁਸ਼ੀ ਪ੍ਰਭੂ ਜੀ ਨਜ਼ਰ ਆਏ ਪ੍ਰਭੂ ਜੀ। ਪ੍ਰਭੂ ਜੀ ਇਹ ਹਰ ਗਮ, ਹਰ ਖੁਸ਼ੀ ਦੇ ਵਿੱਚ ਵੀ ਤੁਹਾਡੇ ਨਾਂ ਨੂੰ ਨਾ ਭੁੱਲਣ ਪ੍ਰਭੂ ਜੀ, ਤੁਹਾਡੀ ਆਰਾਧਨਾ ਨੂੰ ਨਾ ਭੁੱਲਣ ਪ੍ਰਭੂ ਜੀ। ਹਰ ਹਾਲ ਦੇ ਵਿੱਚ ਤੁਹਾਡਾ ਸ਼ੁਕਰ ਕਰਦੇ ਰਹਿਣ ਪ੍ਰਭੂ ਜੀ, ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਹੋਵੇ ਪ੍ਰਭੂ ਜੀ। ਅਸੀਂ ਪ੍ਰਭੂ ਜੀ ਫੇਰ ਦੁਬਾਰਾ ਜਦੋਂ ਮਿਲੀਏ, ਇੱਕ ਦੂਜੇ ਨੂੰ ਮਿਲ ਕੇ ਚੰਗੇ ਭਲੇ ਪਾਈਏ ਪ੍ਰਭੂ ਜੀ, ਔਰ ਇੱਕ ਦੂਜੇ ਲਈ ਬਰਕਤ ਦਾ ਕਾਰਨ ਹੋ ਜਾਈਏ ਪ੍ਰਭੂ ਜੀ। ਤੁਹਾਡਾ ਸ਼ੁਕਰ ਹੋ, ਤੁਹਾਡਾ ਧੰਨਵਾਦ ਹੋ ਪ੍ਰਭੂ ਜੀ, ਤੁਹਾਡਾ ਧੰਨਵਾਦ ਹੋ, ਧੰਨਵਾਦ ਹੋ ਪ੍ਰਭੂ ਜੀ। ਮੈਂ ਆਪਣੇ ਆਪ ਨੂੰ ਇੱਕ ਵਾਰੀ ਫੇਰ ਤੁਹਾਡੇ ਚਰਨਾਂ ਵਿੱਚ ਰੱਖ ਦਿੰਦਾ, ਆਪਣੀ ਮਿਸਿਸ ਨੂੰ, ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ, ਜੋ ਵੱਡੇ ਚਮਤਕਾਰ, ਵੱਡੀਆਂ ਗਵਾਹੀਆਂ ਸਾਡੀ ਜ਼ਿੰਦਗੀ 'ਚ ਪੈਦਾ ਕੀਤੀਆਂ, ਸਾਨੂੰ ਦਲੇਰ ਰੱਖਿਆ ਪ੍ਰਭੂ ਜੀ, ਸਾਨੂੰ ਡਿੱਗਣ ਨਹੀਂ ਦਿੱਤਾ ਪ੍ਰਭੂ ਜੀ, ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਿੱਤੀ, ਅਸੀਂ ਉਸ ਲਈ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਤੁਹਾਡੀ ਵਡਿਆਈ ਔਰ ਮਹਿਮਾ ਕਰਦੇ ਹਾਂ। ਇਸੇ ਤਰ੍ਹਾਂ ਸਾਨੂੰ ਆਪਣੇ ਕੰਮਾਂ ਦੇ ਵਿੱਚ, ਆਪਣੀ ਸੇਵਾ ਦੇ ਵਿੱਚ ਇਸਤੇਮਾਲ ਕਰਨਾ ਪ੍ਰਭੂ ਜੀ। ਅਸੀਂ ਤੁਹਾਡੀ ਮਰਜ਼ੀ ਦੇ ਉੱਤੇ ਚੱਲਦੇ ਰਹੀਏ ਪ੍ਰਭੂ ਜੀ, ਕਦੀ ਨਾ ਡਗਮਗਾਈਏ ਪ੍ਰਭੂ ਜੀ। ਸਾਡੀ ਮਰਜ਼ੀ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ, ਬਲਕਿ ਤੁਹਾਡੀ ਇੱਛਾ, ਤੁਹਾਡੀ ਮਰਜ਼ੀ ਪੂਰੀ ਹੋਵੇ ਪ੍ਰਭੂ ਜੀ।
ਇਸੇ ਤਰ੍ਹਾਂ ਹਰ ਭੈਣ ਭਰਾ ਦੇ ਜੀਵਨ ਦੇ ਵਿੱਚ ਤੁਹਾਡੀ ਮਰਜ਼ੀ ਤੁਹਾਡੀ ਇੱਛਾ ਪੂਰੀ ਹੋਵੇ ਪ੍ਰਭੂ ਜੀ। ਆਮੇਨ। ਇਸ ਸਮੇਂ ਦੇ ਲਈ ਇੱਕ ਵਾਰੀ ਫੇਰ ਸ਼ੁਕਰ ਧੰਨਵਾਦ ਕਰਦੇ ਹਾਂ। ਇਹ ਸਭ ਕੁਝ ਮੰਗਦੇ ਹਾਂ ਤੇਰੇ ਪਿਆਰੇ ਬੇਟੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਂ ਤੇ। ਆਮੇਨ 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 ਹਾਲੇਲੂਇਆ ਹਾਲੇਲੂਇਆ। Thank you so much. Thank you so much. Sorry, I didn't see the time. I hope I am within the time. ਮੈਨੂੰ ਸਮੇਂ ਦਾ ਯਾਦ ਨਹੀਂ ਰਿਹਾ ਤੇ ਨਾ ਹੀ ਮੈਂ ਸਮਾਂ ਦੇਖਿਆ ਆ। So I'm so sorry ਜੇ ਜ਼ਿਆਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ। I really don't know. I really don't know. Thank you. God bless you. Thank you, Pastor. Thank you so much. Recording stop कर सकते हैं आप लोग। Praise the Lord. Pastor